ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨਪ੍ਰੀਤ ਕੌਰ ਤੇ ਮੈਂ ਸੁਮਨਪ੍ਰੀਤ ਕੌਰ। ਜਿਹੜੇ ਵੀ ਸਟੂਡੈਂਟਸ ਫਾਇਰਮੈਨ ਦੇ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ, ਜਿਵੇਂ ਕਿ ਤੁਹਾਨੂੰ ਪਤਾ ਹੈ ਫਾਇਰਮੈਨ ਦਾ ਐਗਜ਼ਾਮ 1 ਅਕਤੂਬਰ ਨੂੰ ਹੋਣ ਜਾ ਰਿਹਾ ਹੈ, ਤਾਂ ਇਸ ਕਰਕੇ ਅਸੀਂ ਤੁਹਾਡੇ ਲਈ ਡੇਲੀ ਰਾਤ ਨੂੰ ਇੱਕ ਮੌਕ ਟੈਸਟ ਤਿਆਰ ਕੀਤਾ ਜਿਹੜਾ ਕਿ ਡੇਲੀ 8 ਵਜੇ ਹੋਵੇਗਾ। ਤੇ ਇਹ ਜਿਹੜੀ ਕਲਾਸ ਆ ਤੁਹਾਨੂੰ ਅਟੈਂਪਟ ਕਰਨ ਦੇ ਅਨੇਕਾਂ ਹੀ ਫਾਇਦੇ ਹੋਣਗੇ, ਕਿਉਂਕਿ ਇੱਕ ਤਾਂ ਇਹ ਫਾਇਦਾ ਹੈ ਕਿ ਇਹ ਆਲ ਸਬਜੈਕਟ ਮੌਕ ਟੈਸਟ ਆ, ਜਿਸ ਦੇ ਵਿੱਚ ਤੁਹਾਨੂੰ ਜੀਕੇ ਦੇ ਪੈਟਰਨ ਵਗੈਰਾ ਪਤਾ ਲੱਗੇਗਾ, ਇੰਪੋਰਟੈਂਟ MCQ ਪਤਾ ਲੱਗਣਗੇ। ਇੰਪੋਰਟੈਂਟ MCQ ਤੁਹਾਨੂੰ ਮਿਲਣਗੇ ਜਿਹੜੇ ਕਿ ਅਲੱਗ-ਅਲੱਗ ਕੰਪੀਟੀਟਿਵ ਐਗਜ਼ਾਮ ਦੇ ਵਿੱਚ PTPLUS ਬੋਰਡ ਵੱਲੋਂ ਪਾਏ ਜਾਂਦੇ ਆ। ਇਸ ਤੋਂ ਇਲਾਵਾ ਮੈਥ ਤੇ ਰੀਜ਼ਨਿੰਗ ਦੇ ਕਨਸੈਪਟ ਤੁਹਾਨੂੰ ਸਿੱਖਣ ਨੂੰ ਮਿਲਣਗੇ, ਕਿਉਂਕਿ ਮੌਕ ਟੈਸਟ ਅਟੈਂਪਟ ਕਰਨ ਦੇ ਨਾਲ ਤੁਹਾਨੂੰ ਬਹੁਤ ਜ਼ਿਆਦਾ ਮੈਥ ਤੇ ਰੀਜ਼ਨਿੰਗ ਦੇ ਵਿੱਚ ਨਵਾਂ ਕੁਝ ਸਿੱਖਣ ਨੂੰ ਮਿਲੇਗਾ, ਉਹ ਵੀ ਇੱਕੋ ਵੀਡੀਓ ਦੇ ਵਿੱਚ ਤੇ ਆਲ ਸਬਜੈਕਟਸ ਦੇ ਵਿੱਚੋਂ, ਆਲ ਟੌਪਿਕ ਦੇ ਵਿੱਚੋਂ। ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ। ਜੇਕਰ ਤੁਸੀਂ ਫਾਇਰਮੈਨ ਦੇ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਤਾਂ ਇਸ ਵੀਡੀਓ ਨੂੰ ਭੁੱਲ ਕੇ ਵੀ ਨਾ ਛੱਡਿਓ ਤੇ ਜਿੰਨਾ ਹੋ ਸਕੇ ਸ਼ੇਅਰ ਜ਼ਰੂਰ ਕਰ ਦੇਣਾ। ਤਾਂ ਸ਼ੁਰੂ ਕਰਦੇ ਹਾਂ ਜੀ ਅਸੀਂ। ਕੁਐਸਚਨ ਨੰਬਰ 1, ਗੁਰਮੁਖੀ ਲਿਪੀ ਵਿੱਚ ਕੁੱਲ ਕਿੰਨੀਆਂ ਲਗਾ ਮਾਤਰਾ ਹਨ? ਹਾਂਜੀ, ਗੁਰਮੁਖੀ ਲਿਪੀ ਦੇ ਵਿੱਚ ਟੋਟਲ ਕਿੰਨੀਆਂ ਲਗਾ ਮਾਤਰਾ ਨੇ? ਹਰ ਇੱਕ MCQ ਨੂੰ ਤੁਹਾਨੂੰ ਆਪ ਅਟੈਂਪਟ ਕਰਨ ਦੇ ਲਈ ਮੈਂ 3 ਸੈਕਿੰਡ ਦਵਾਂਗੀ। ਉਨੀ ਦੇਰ ਤੁਸੀਂ ਆਪਣਾ ਆਨਸਰ ਸੋਚੋ ਤੇ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦੀ ਹਾਂ ਕਿ ਕਿਹੜੀਆਂ-ਕਿਹੜੀਆਂ ਲਗਾ ਮਾਤਰਾ ਨੇ। ਠੀਕ ਹੈ, ਗੁਰਮੁਖੀ ਲਿਪੀ ਦੇ ਵਿੱਚ ਇੱਕ ਲਗਾ ਵਾ ਮੁਕਤਾ, ਜਿਹੜੀ ਕਿ ਚਿੰਨ ਰਹਿਤ ਆ, ਸਭ ਤੋਂ ਫਸਟ ਆ ਇਹ। ਠੀਕ ਹੈ, ਉਸ ਤੋਂ ਬਾਅਦ ਆ ਕੰਨਾ, ਫਿਰ ਵਿਹਾਰੀ, ਫਿਰ ਸਿਹਾਰੀ। ਠੀਕ ਹੈ ਜੀ, ਉਸ ਤੋਂ ਬਾਅਦ ਔਂਕੜ, ਫਿਰ ਦੁਲੰਕੜ ਤੇ ਲਾ ਦਲਾਮਾ। ਠੀਕ ਹੈ, ਉਸ ਤੋਂ ਬਾਅਦ ਕਨੌੜਾ ਤੇ ਹੋੜਾ। ਇਹ ਜਿਹੜੀਆਂ ਨੇ ਲਗਾ ਨੇ ਗੁਰਮੁਖੀ ਲਿਪੀ ਦੇ ਵਿੱਚ। ਦੇਖ ਲਓ ਟੋਟਲ ਕਿੰਨੀਆਂ ਨੇ, 1 2 3 4 5 6 7 8 9 10, ਯਾਨੀ ਕਿ ਗੁਰਮੁਖੀ ਲਿਪੀ ਦੇ ਵਿੱਚ ਕੁੱਲ ਲਗਾਂ ਦੀ ਗਿਣਤੀ ਕਿੰਨੀ ਆ? 10। ਆਪਸ਼ਨ B ਇਜ਼ ਦਾ ਰਾਈਟ ਆਨਸਰ। ਇਹ MCQ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਆ। ਤੁਸੀਂ ਦੇਖੋ ਵਾਰਡ ਅਟੈਂਡ ਦੇ ਐਗਜ਼ਾਮ ਦੇ ਵਿੱਚ ਵੀ ਇਹ MCQ ਆਇਆ ਤੇ ਪਟਵਾਰੀ ਦੇ ਐਗਜ਼ਾਮ ਦੇ ਵਿੱਚ ਵੀ ਆਇਆ। ਲੋ ਲੈਵਲ ਟੂ ਹਾਈ ਲੈਵਲ ਤੱਕ ਇੰਪੋਰਟੈਂਟ ਆ ਇਹ MCQ। ਇਸ ਕਰਕੇ ਮੈਂ ਤੁਹਾਨੂੰ ਨਾਲ ਦੀ ਨਾਲ ਲਗਾਂ ਵੀ ਦੱਸ ਦਿੱਤੀਆਂ ਨੇ ਕਿ ਕਿਹੜੀਆਂ ਨੇ। ਠੀਕ ਹੈ, ਮੁਕਤਾ, ਕੰਨਾ, ਸਿਹਾਰੀ, ਵਿਹਾਰੀ, ਔਂਕੜ, ਦੁਲੰਕੜ, ਲਾ, ਦੁਲਾਮਾ, ਹੋੜਾ, ਕਨੌੜਾ। ਇਹ 10 ਲਗਾਂ ਨੇ। ਅਗਲਾ ਪ੍ਰਸ਼ਨ, ਗੁਰਮੁਖੀ ਲਿਪੀ ਵਿੱਚ ਦੁੱਤ ਅੱਖਰ ਕਿੰਨੇ ਹਨ? ਹਾਂਜੀ, ਦੁੱਤ ਅੱਖਰ ਕਿਹੜੇ ਹੁੰਦੇ ਆ? ਜਿਹੜੇ ਪੈਰ 'ਚ ਪੈਂਦੇ ਆ। ਤਾਂ ਹੁਣ ਜਲਦੀ ਨਾਲ ਕਮੈਂਟ ਬਾਕਸ ਦੇ ਵਿੱਚ ਦੱਸੋ ਕਿ ਦੁੱਤ ਅੱਖਰ ਕਿੰਨੇ ਆ। ਦੁੱਤ ਅੱਖਰ ਉਹ ਹੁੰਦੇ ਆ ਜਿਹੜੇ ਪੈਰ 'ਚ ਪੈਂਦੇ ਆ, ਜਿਵੇਂ ਪ੍ਰੀਤੀ, ਠੀਕ ਹੈ, ਸਵੈਮਾਨ, ਸਵੈਮਾਨ। ਤੇ ਇਸ ਤੋਂ ਇਲਾਵਾ ਜੇਕਰ ਅਸੀਂ ਗੱਲ ਕਰੀਏ, ਇੱਕ ਹੋ ਗਿਆ ਤੁਹਾਡੇ ਕੋਲੇ, ਵੈਸੇ ਤਾਂ ਗੁਰਮੁਖੀ ਲਿਪੀ ਦੇ ਵਿੱਚ 3 ਦੁੱਤ ਅੱਖਰ ਆ। ਕਿਹੜੇ-ਕਿਹੜੇ ਆ? ਹਾਹਾ, ਠੀਕ ਹੈ, ਹਾਹਾ ਰਹਿ ਗਿਆ ਆਪਣਾ। ਜਿਵੇਂ ਮੈਂ ਪਾਵਾਂ ਪੜ, ਪੜ ਦੇ ਪੈਰ 'ਚ ਹਾਹਾ ਪੈ ਗਿਆ ਨਾ। ਜੜ, ਕੜ, ਮਿਲ, ਇਹ ਸਾਰਿਆਂ ਦੇ ਪੈਰ 'ਚ ਕੀ ਪੈ ਗਿਆ? ਹਾਹਾ। ਠੀਕ ਹੈ, ਤਾਂ ਇਸ ਤੋਂ ਇਲਾਵਾ ਹੁਣ ਤੁਸੀਂ ਦੇਖ ਸਕਦੇ ਹੋ ਗੁਰਮੁਖੀ ਲਿਪੀ ਦੇ ਵਿੱਚ ਦੁੱਤ ਅੱਖਰ 3 ਆ ਜਿਹੜੇ ਪੈਰ 'ਚ ਪੈਂਦੇ ਆ। ਪ੍ਰੀਤੀ, ਜਿਵੇਂ ਰਾਰਾ, ਹਾਹਾ ਤੇ ਵਾਵਾ, ਇਹ 3 ਅੱਖਰ ਨੇ ਜੋ ਪੈਰ 'ਚ ਪੈਂਦੇ ਨੇ, ਹਾਹਾ, ਰਾਰਾ ਅਤੇ ਵਾਵਾ। ਆਪਸ਼ਨ ਇੱਥੇ ਰਾਈਟ ਆਨਸਰ ਹੈ ਤੁਹਾਡੀ B, ਕਿ 3 ਦੁੱਤ ਅੱਖਰ ਨੇ। ਅਗਲਾ ਪ੍ਰਸ਼ਨ, ਨਾਮ ਦੀਆਂ ਕਿੰਨੀਆਂ ਕਿਸਮਾਂ ਹਨ? ਹਾਂਜੀ, ਅੱਗੇ ਆ ਗਿਆ ਨਾਮ। ਤਾਂ ਨਾਮ ਕਿੰਨੀ ਕਿਸਮ ਦੇ ਹੁੰਦੇ ਆ? ਨਾਮ ਦੀਆਂ ਜੋ ਕਿਸਮਾਂ ਨੇ, ਵੈਰੀ ਇੰਪੋਰਟੈਂਟ, ਪੰਜਾਬ ਪਟਵਾਰੀ ਦੇ ਐਗਜ਼ਾਮ ਦੇ ਵਿੱਚ ਵੀ ਆਇਆ ਇਹ, ਫੋਰੈਸਟ ਗਾਰਡ ਦੇ ਐਗਜ਼ਾਮ ਦੇ ਵਿੱਚ ਵੀ ਇਹ MCQ ਆਇਆ। ਨਾਮ ਦੀਆਂ ਕਿੰਨੀਆਂ ਕਿਸਮਾਂ ਨੇ? 5। ਨਾਮ ਦੀਆਂ 5 ਕਿਸਮਾਂ ਨੇ। ਕਿਹੜੇ-ਕਿਹੜੇ ਆ 5 ਨਾਮ? ਆਮ ਨਾਮ, ਖਾਸ ਨਾਮ, ਇਕੱਠਵਾਚਕ ਨਾਮ, ਵਸਤੂਵਾਚਕ ਨਾਮ, ਭਾਵਵਾਚਕ ਨਾਮ। ਠੀਕ ਹੈ, ਇਹ 5 ਨਾਮ ਦੀਆਂ ਕਿਸਮਾਂ ਨੇ। ਅਗਲਾ ਪ੍ਰਸ਼ਨ ਆ ਜੀ, ਹੇਠ ਲਿਖਿਆਂ ਵਿੱਚੋਂ ਕਿਰਿਆ ਚੁਣੋ। ਹਾਂਜੀ, ਸਭ ਤੋਂ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕਿਰਿਆ ਕੀ ਹੁੰਦੀ ਆ। ਉਨੀ ਦੇਰ ਤੁਸੀਂ ਆਪਣਾ ਆਨਸਰ ਸੋਚ ਸਕਦੇ ਹੋ, ਨਾਲ ਦੀ ਨਾਲ ਮੈਂ ਐਕਸਟਰਾ ਫੈਕਟ ਦੱਸ ਦਿੰਨੀ ਆ। ਦੇਖੋ ਕਿਰਿਆ ਕੀ ਹੁੰਦੀ ਆ? ਜਦੋਂ ਕਿਸੇ ਕੰਮ ਦੇ ਹੋਣ ਬਾਰੇ ਪਤਾ ਲੱਗੇ। ਠੀਕ ਹੈ, ਜਾਂ ਜਿਵੇਂ ਮੈਂ ਤੁਹਾਨੂੰ ਕਹਾਂ ਕਿ ਮੈਂ ਉਹ ਚਾਹ ਪੀਂਦਾ ਹੈ, ਉਹ ਚਾਹ ਪੀਂਦਾ ਸੀ, ਜਾਂ ਉਹ ਚਾਹ ਪੀਵੇਗਾ, ਜਾਂ ਉਹ ਜਸਵਿੰਦਰ ਹਾਕੀ ਖੇਡਦਾ ਹੈ, ਜਸਵਿੰਦਰ ਹਾਕੀ ਖੇਡਿਆ, ਜਸਵਿੰਦਰ ਹਾਕੀ ਖੇਡੇਗਾ। ਠੀਕ ਹੈ, ਮਤਲਬ ਕੀ ਆ? ਸਾਨੂੰ ਜਿਹੜੇ ਕੰਮ ਤੋਂ ਹੋਣ ਦਾ ਪਤਾ ਲੱਗੇ ਕਿ ਉਹ ਕੀ ਕਰ ਰਿਹਾ, ਚਾਹ ਪੀ ਰਿਹਾ ਵਾ, ਖੇਡ ਰਿਹਾ ਵਾ। ਠੀਕ ਹੈ,
इस तरह जो सानू किसी काम का होने का पता लगे उन्होंने असीं बोलते हैं किरिया। ये किरिया की है, हसदे, खेडदे, नचदे। तो ऑप्शन डी इज द राइट आंसर है, किरिया हसदे, खेडदे, नचदे। ठीक है जी। अगला प्रश्न, ਜਿਹੜੇ शब्द किसी नाम ਜਾਂ पड़नाम की विशेषता प्रगट करन उन्हां नूं की आख्या जांदा वा। हाँ जी, ਜਿਹੜੇ शब्द नाम ਜਾਂ पड़नाम की विशेषता प्रगट करन उन्हां नूं असीं आखदे हां विशेषण। ऑप्शन सी इज द राइट आंसर। ठीक है जी। विशेषण किहड़े हुंदे आ? जिमें ਜਿਹੜੇ शब्द ਦੇ ਵਿੱਚ ਅਸੀਂ ਕਿਸੇ ਦੀ ਵਿਸ਼ੇਸ਼ਤਾ ਦੱਸਦੇ ਹਾਂ, ਜਿਵੇਂ ਉਹ ਮਿਹਨਤੀ है। ਮਿਹਨਤੀ की हो गया, मतलब ਅਸੀਂ ਕਿਸੇ ਦੀ ਵਿਸ਼ੇਸ਼ਤਾ ਦੱਸ ਰਹੇ ਹਾਂ, ਉਹ ਆ ਪੜਨਾਮ। ठीक है। ਮਿਹਨਤੀ ਆ मतलब ਅਸੀਂ ਵਿਸ਼ੇਸ਼ਤਾ ਦੱਸ ਰਹੇ ਹਾਂ, मतलब ਪੜਨਾਮ ਦੀ ਵਿਸ਼ੇਸ਼ਤਾ ਦੱਸ ਰਹੇ ਹਾਂ। ठीक है। ਤਾਂ ਜਿਵੇਂ ਉਹ ਬੁਰਾ ਲੜਕਾ ਹੈ, मतलब ਅਸੀਂ ਉਸ ਦੀ ਵਿਸ਼ੇਸ਼ਤਾ ਦੱਸ ਰਹੇ ਹਾਂ, ਉਹ ਹੋ ਗਿਆ ਪੜਨਾਮ। ठीक है। ਨਾਮ ਦੀ ਜੇਕਰ ਅਸੀਂ ਗੱਲ ਕਰੀਏ, ਜਿਵੇਂ ਮੈਂ ਕਹਾਂ ਰਮਨ ਬਹੁਤ ਹੁਸ਼ਿਆਰ है, रमन की हो गया, इत्थे नाम हो गया। ठीक है। इस तरह ध्यान रखना, मैं रमन की विशेषता दसती कि वह बहुत हुशियार आ। ठीक है। अगे संबंधक कितनी तरह के होंगे हैं? वैरी इंपॉर्टेंट। हाँ जी, संबंधक अगला टॉपिक है जिहड़ा तुहाडा संबंधक दा, ते कितनी तरह के होंगे आ? संबंधक होंगे आ जी 3 तरह के। ऑप्शन बी इज द राइट आंसर। किहड़े? पूर्ण संबंधक, अपूर्ण संबंधक, मिश्रत संबंधक। ठीक है। हुण तुसीं सोचोगे संबंधक की हुंदे आ? ਜਿਹੜੇ नाम ਜਾਂ पड़नाम ਦਾ वाक ਦੇ दूसरे शब्दों के नाल संबंध प्रगट कर देण उन्हां नूं असीं बोलदे आ, ठीक है, संबंधक। जिवें गुरमीत ने सप नूं सोटी नाल मारिया, गुरमीत ने सप नूं सोटी नाल मारिया। इस वाक दे विच ने, नूं अते नाल ਇਹ ਕੀ ਹੈ? संबंधक ਬਣਨਗੇ। ठीक है। मतलब की है कि नाम ਜਾਂ पड़नाम ਦੇ ਨਾਲ ਆ ਕੇ दूसरे शब्दों ਦੇ ਵਿੱਚ संबंध प्रगट कर रहे हैं, मतलब कि संबंध बना रहे हैं वाक ਦੇ ਵਿੱਚ, ਤਾਂ ਇਹਨੂੰ ਅਸੀਂ बोल ਦਿੰਦੇ ਆ संबंधक। संबंधक 3 तरह ਦੇ ਹੁੰਦੇ ਆ, ਹਰੇਕ ਪੱਖੋਂ संबंधक 3 तरह ਦੇ ਆ, ਚਾਹੇ ਤੁਹਾਨੂੰ ਬਣਤਰ ਦੇ ਆਧਾਰ ਤੇ ਪੁੱਛ ਲਿਆ ਜਾਵੇ, ਬਣਤਰ ਦੇ ਆਧਾਰ ਤੇ ਵੀ 3 तरह ਦੇ ਆ, मूल संबंधक, संधि संबंधक, संयुक्त संबंधक। जे रूप के आधार पर पूछ लिया जाता, रूप के आधार पर 2 तरह के, विकारी संबंधक, अविकारी संबंधक। अगला प्रश्न, ओ बंगलौर तो छेती घर आवेगा, ओ शब्द की है? हाँ जी, ओ बंगलौर तो छेती घर आवेगा, तो ओ शब्द की है? हाँ जी, ओ शब्द है इस दे विच पड़नाम। ऑप्शन बी इज द राइट आंसर। पड़नाम की हुंदा? जिहड़ा नाम की जगह ते वरतिया जांदा। जिवें मैं लिखा राम बंगलौर तो छेती घर आवेगा, इत्थे राम की हो गया नाम, पर मैं नाम की जगह ते ओ यूज कर लिया, तो आपां की कहांगे ओ शब्द जिहड़ा नाम की जगह ते वरतिया जांदा उहनूं असीं पड़नाम बोलदे हां। ऑप्शन बी इज द राइट आंसर है। अगला प्रश्न, किरिया विशेषण कितनी तरह के हुंदे हन? हाँ जी, अगे आ गया तुहाडा टॉपिक किरिया विशेषण। किरिया विशेषण कितनी तरह के होंगे आ? जेडे भी स्टूडेंट्स नूं पता जल्दी नाल कमेंट बॉक्स दे विच सेंड करो। किरिया विशेषण की जेकर असी गल करिए तो किरिया विशेषण आ जेडे ये 8 तरह के होंगे आ। ठीक है। बहुत इंपॉर्टेंट MCQ आ है, ग्रैजुएशन तो अप लैवल के लिए आया है एग्जाम दे विच। ठीक है। तो वैसे भी तुहानूं पता होना चाहिए वा, क्योंकि +2 लैवल का 10th लैवल का 10th च असीं पढ़ते हैं किरिया विशेषण कि 8 तरह के होंगे आ। किहड़े किहड़े होंगे आ? कालवाचक किरिया विशेषण, स्थानवाचक किरिया विशेषण, प्रकारवाचक किरिया विशेषण, गिनतीवाचक किरिया विशेषण ते मिणतीवाचक किरिया विशेषण, निर्णावाचक किरिया विशेषण। ठीक है। ये तुसीं याद रखना, 8 तरह के होंगे आ। ऑप्शन सी इत्थे राइट आंसर बन रहा। अगला प्रश्न, वावे की जगह मम्मा का उपयोग किहड़ी उपबोली विच कीता जांदा है? हाँ जी, वावे की जगह मम्मा किहड़ी उपबोली दे विच वरतिया जांदा वा? देखो तुसीं, जिमें मैं बोल रही हाँ, जिमें आपां की आ, असीं मलवई चाहुंदे आ। ठीक है। मलवई चाहुंदे आ तां मतलब मालवे चाहुंदे आ ना, मालवे खेतर च, तां मालवे खेतर वाले की करते आ कि जिमें मैं बोल रही हाँ, जिमें आपां जिमें जिमें बोलते हैं। ठीक है। जिमें ये की हुंदा? असल दे विच जिमें हुंदा। ठीक है। इहनूं मैं बोल रही हाँ जिवें, तो यदा मतलब असीं ही वरतते हैं। मालवे खेतर च की बोली जाती है उपबोली? मलवई।
ਤਾਂ ਆਪਸ਼ਨ ਸੀ ਇਸ ਦਾ ਰਾਈਟ ਆਨਸਰ ਹੈ। ਅਸੀਂ ਵਾਵੇ ਦੀ ਜਗ੍ਹਾ ਤੇ ਮੰਮਾ ਬੋਲਦੇ ਆ, ਤਾਂ ਇਸ ਦੀਆਂ ਗੱਲ ਦਾ ਧਿਆਨ ਰੱਖਿਓ। ਦੁਆਬੇ ਵਾਲੇ ਬੱਬਾ ਬੋਲ ਦਿੰਦੇ ਆ ਤੇ ਮਾਝੇ ਵਾਲੇ ਜਿਵੇਂ ਆਪਾਂ ਬੋਲਦੇ ਆ ਉਦਾਂ ਹੀ ਲਿਖਦੇ ਆ, ਠੀਕ ਹੈ। ਜਿਵੇਂ ਮਾਝੇ ਵਾਲੇ ਕੀ ਕਰਦੇ ਆ, ਬਹੁਤ ਜ਼ਿਆਦਾ ਸਵੀਟ ਬੋਲਦੇ ਆ, ਜਿਵੇਂ ਉਹਦੇ ਵਿੱਚ ਸ਼ਹਿਰ ਆ ਜਾਂਦੇ ਆ ਜਿਹੜੇ ਆਪਾਂ ਗੱਲ ਕਰੀਏ ਅੰਮ੍ਰਿਤਸਰ, ਤਰਨਤਾਰਨ, ਪਠਾਨਕੋਟ, ਗੁਰਦਾਸਪੁਰ, ਠੀਕ ਹੈ। ਇਹ ਕੀ ਕਰਦੇ ਆ, ਇਹ ਜ਼ਿਲ੍ਹੇ ਆ ਜਿਹੜੇ 4, ਇਹ ਕਿਹਦੇ ਵਿੱਚ ਪੈਂਦੇ ਆ, ਮਾਝੇ ਦੇ ਵਿੱਚ ਪੈਂਦੇ ਆ। ਜਿਵੇਂ ਹੀ ਇਹ ਆਪਾਂ ਕੋਈ ਵਰਡ ਲਿਖਦੇ ਆ ਜਿਵੇਂ, ਠੀਕ ਹੈ, ਉਸੇ ਤਰ੍ਹਾਂ ਬੋਲਦੇ ਆ, ਇਸ ਲਈ ਤਾਂ ਕਿਹਾ ਜਾਂਦਾ ਕਿ ਉਹਨਾਂ ਦੀ ਬੋਲੀ ਬਹੁਤ ਮਿੱਠੀ ਆ। ਹਾਂਜੀ, ਅੱਗੇ ਵਰਤਮਾਨ ਸਮੇਂ ਵਿੱਚ ਗੁਰਮੁਖੀ ਲਿਪੀ ਵਿੱਚ ਕਿੰਨੇ ਅੱਖਰ ਹਨ? ਦੇਖੋ ਗੁਰਮੁਖੀ ਲਿਪੀ ਦੇ ਵਿੱਚ ਐਟ ਪ੍ਰੈਜ਼ੈਂਟ ਕਿੰਨੇ ਅੱਖਰ ਆ, ਜਲਦੀ ਨਾਲ ਆਨਸਰ ਕਮੈਂਟ ਬਾਕਸ ਦੇ ਵਿੱਚ ਸੈਂਡ ਕਰੋ। ਪਹਿਲਾਂ ਸੀ 35, ਉਸ ਟਾਈਮ ਇਸ ਨੂੰ 35 ਅੱਖਰੀ ਵੀ ਕਿਹਾ ਜਾਂਦਾ ਸੀ, ਠੀਕ ਹੈ। ਫਿਰ ਸਾਨੂੰ ਕੁਝ ਬਿੰਦੀ ਵਾਲੇ ਅੱਖਰਾਂ ਦੀ ਨੀਡ ਪਈ। ਜਿਵੇਂ ਕਿਉਂ ਪਈ, ਦੇਖੋ ਇੱਧਰ ਆਪ ਹੀ, ਜਿਵੇਂ ਮੈਂ ਲਿਖਿਆ ਬੋਲੀ, ਠੀਕ ਹੈ। ਇਹ ਕੀ ਆ, ਬੋਲੀ ਆ, ਜੋ ਅਸੀਂ ਮੈਂ ਬੋਲ ਰਹੀ ਹਾਂ ਬੋਲੀ, ਠੀਕ ਹੈ। ਮੈਂ ਗੱਲ ਕਰ ਰਹੀ ਹਾਂ, ਇਹਨੂੰ ਆਪਾਂ ਬੋਲ ਦਿੰਦੇ ਹਾਂ ਬੋਲੀ, ਕਿ ਇਹ ਮੇਰੀ ਬੋਲੀ ਆ, ਠੀਕ ਹੈ, ਜਿਵੇਂ ਮੈਂ ਤੁਹਾਡੇ ਨਾਲ ਗੱਲ ਕਰ ਰਹੀ ਹਾਂ। ਤਾਂ ਹੁਣ ਦੇਖੋ ਜਿਵੇਂ ਹੀ ਮੈਂ ਲੱਲੇ ਦੇ ਪੈਰ 'ਚ ਬਿੰਦੀ ਪਾਤੀ, ਇਹ ਬਣ ਗਿਆ ਬੋਲੀ। ਬੋਲੀ ਕੀ ਹੁੰਦਾ, ਜਿਹਨੂੰ ਕੰਨਾਂ ਤੋਂ ਨਾ ਸੁਣਦਾ ਹੋਵੇ, ਠੀਕ ਹੈ। ਮਤਲਬ ਕੀ ਆ, ਸਾਨੂੰ ਇਸ ਤਰ੍ਹਾਂ ਦੇ ਸ਼ਬਦਾਂ ਦੀ ਲੋੜ ਪਈ। ਕੁਝ ਸ਼ਬਦਾਂ ਦੇ ਲਈ ਸਾਨੂੰ ਬਿੰਦੀ ਵਾਲੇ ਅੱਖਰਾਂ ਦੀ ਲੋੜ ਪਈ, ਤਾਂ ਅਸੀਂ ਬਿੰਦੀ ਵਾਲੇ 6 ਅੱਖਰ ਆ ਜਿਹੜੇ ਦੁਬਾਰਾ ਐਡ ਕੀਤੇ। ਸੱਸੇ ਪੈਰ ਬਿੰਦੀ, ਖੱਖੇ ਪੈਰ ਬਿੰਦੀ, ਗੱਗੇ ਪੈਰ ਬਿੰਦੀ, ਜਿੱਜੇ ਪੈਰ ਬਿੰਦੀ, ਫੱਫੇ ਪੈਰ ਬਿੰਦੀ ਤੇ ਲੱਲੇ ਪੈਰ ਬਿੰਦੀ। ਜਿਵੇਂ ਹੀ ਇਹ 6 ਅੱਖਰ ਆਏ, ਸਾਡੇ ਜਿਹੜੇ ਐਟ ਪ੍ਰੈਜ਼ੈਂਟ ਅੱਖਰ ਆ ਉਹ ਬਣ ਗਏ 41। 6 ਐਡ ਹੋ ਗਏ ਨਾ ਗੁਰਮੁਖੀ 'ਚ, ਤਾਂ ਆਪਸ਼ਨ ਬੀ ਇਸ ਦਾ ਰਾਈਟ ਆਨਸਰ ਹੈ। ਅਗਲਾ ਪ੍ਰਸ਼ਨ, ਸਹੀ ਚੁਣੋ। ਹਾਂਜੀ, ਸਹੀ ਚੁਣੋ। ਹੁਣ ਸਾਡੇ ਜੀਕੇ ਪੋਰਸ਼ਨ ਸਟਾਰਟ ਹੋ ਗਿਆ। ਸਹੀ ਚੁਣੋ ਦਾ ਕੀ ਮਤਲਬ ਆ, ਜਦੋਂ ਮੈਂ ਪੜ੍ਹ ਰਹੀ ਹਾਂ ਰਾਜਸਥਾਨ ਜੈਸਲਮੇਰ, ਰਾਜਸਥਾਨ ਦੇ ਵਿੱਚ ਜੈਸਲਮੇਰ ਇੱਕ ਸ਼ਹਿਰ ਦਾ ਨਾਮ ਆ, ਇਹ ਤਾਂ ਬਿਲਕੁਲ ਠੀਕ ਲੱਗ ਰਿਹਾ ਹੈ। ਪਰ ਆਪਾਂ ਦੂਸਰੇ ਵੀ ਪੜ੍ਹ ਕੇ ਦੇਖ ਲੈਂਦੇ ਆ। ਮੱਧ ਪ੍ਰਦੇਸ਼ ਦਾ ਵੀ ਤਾਂ ਸ਼ਹਿਰ ਇੰਦੌਰ ਸ਼ਹਿਰ ਦਾ ਨਾਮ ਆ, ਤਮਿਲਨਾਡੂ ਦੇ ਵਿੱਚ ਵੀ ਕਰੂਰ ਇੱਕ ਸ਼ਹਿਰ ਆ, ਤਾਂ ਦੈਟ ਮੀਨਸ ਇਹ ਤਾਂ ਸਾਰੇ ਹੀ ਸਹੀ ਬਣ ਰਹੇ ਆ। ਉਹਨੇ ਬੋਲਿਆ ਸਹੀ ਚੁਣੋ, ਠੀਕ ਹੈ। ਤਾਂ ਆਪਾਂ ਕੀ ਕਰਦੇ ਆ, ਇਹਦੇ ਵਿੱਚੋਂ ਤੁਸੀਂ ਦੇਖੋਗੇ ਕਿ ਮਿਜ਼ੋਰਮ, ਇਥੋਂ ਪਤਾ ਲੱਗ ਗਿਆ ਕਿ ਉਹ ਕੈਪੀਟਲ ਲਿਖਣ ਦੀ ਕੋਸ਼ਿਸ਼ ਕਰ ਰਿਹਾ ਸੀ, ਕੈਪੀਟਲ। ਬਾਕੀਆਂ ਦੇ ਉਹਨੇ ਸ਼ਹਿਰ ਲਿਖਤੇ, ਮਿਜ਼ੋਰਮ ਦੀ ਉਹਨੇ ਕੈਪੀਟਲ ਲਿਖਤੀ ਆਈਜ਼ੋਲ। ਤਾਂ ਆਪਸ਼ਨ ਬੀ ਇਸ ਦਾ ਰਾਈਟ ਆਨਸਰ ਹੈ ਕਿ ਮਿਜ਼ੋਰਮ ਦੀ ਰਾਜਧਾਨੀ ਆ ਆਈਜ਼ੋਲ। ਤਾਂ ਉਹਨੇ ਰਾਜਧਾਨੀਆਂ ਲਿਖਣ ਦੀ ਕੋਸ਼ਿਸ਼ ਕੀਤੀ ਸੀ, ਜਿਸ ਦੇ ਵਿੱਚ ਉਹਨੇ ਬਾਕੀਆਂ ਦੇ ਸ਼ਹਿਰ ਲਿਖਤੇ ਸਾਨੂੰ ਪਜ਼ਲ ਕਰਨ ਦੇ ਲਈ। ਤਾਂ ਆਪਸ਼ਨ ਬੀ ਇੱਥੇ ਰਾਈਟ ਆਨਸਰ ਹੈ। ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਜੀ, ਨਾਮੀਬੀਆ ਤੋਂ 8 ਚੀਤੇ ਨੈਸ਼ਨਲ ਪਾਰਕ ਵਿੱਚ ਲਿਆਂਦੇ ਗਏ ਸੀ। ਜਿਵੇਂ ਕਿ ਤੁਹਾਨੂੰ ਪਤਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਜਨਮ ਦਿਨ ਤੇ 11 ਨਵੰਬਰ ਨੂੰ ਸਾਡੇ ਭਾਰਤ ਦੇ ਵਿੱਚ ਚੀਤੇ ਆਏ 8, ਹਵਾਈ ਸਫਾਰੀ ਦੇ ਰਾਹੀਂ ਆਏ ਆ, ਠੀਕ ਹੈ। ਤਾਂ ਉਹ ਚੀਤੇ ਆ ਜਿਹੜੇ ਕਿਹੜੇ ਨੈਸ਼ਨਲ ਪਾਰਕ ਦੇ ਵਿੱਚ ਲਿਆਂਦੇ ਗਏ? ਕਰੰਟ ਅਫੇਅਰ ਦਾ MCQ ਆ, ਜਲਦੀ ਨਾਲ ਕਮੈਂਟ ਬਾਕਸ ਦੇ ਵਿੱਚ ਦੱਸੋ। ਤਾਂ ਇਹ ਆਇਆ ਜੀ ਮੱਧ ਪ੍ਰਦੇਸ਼ ਦੇ ਕੂਨੂ ਨੈਸ਼ਨਲ ਪਾਰਕ ਦੇ ਵਿੱਚ। ਆਪਸ਼ਨ ਬੀ ਇਸ ਦਾ ਰਾਈਟ ਆਨਸਰ ਹੈ। ਕਾਜ਼ੀਰੰਗਾ ਨੈਸ਼ਨਲ ਪਾਰਕ ਅਸਮ ਦੇ ਵਿੱਚ ਆ, ਇਹ ਇੱਕ ਸਿੰਗ ਵਾਲੇ ਗੈਂਡੇ ਦੇ ਲਈ ਫੇਮਸ ਆ। ਦੁਧਵਾ ਨੈਸ਼ਨਲ ਪਾਰਕ ਉੱਤਰ ਪ੍ਰਦੇਸ਼ ਦੇ ਵਿੱਚ ਆ, ਇਹ ਚੀਤਿਆਂ ਦੇ ਲਈ ਫੇਮਸ ਆ। ਵਾਦਵਗੜ੍ਹ ਨੈਸ਼ਨਲ ਪਾਰਕ ਮੱਧ ਪ੍ਰਦੇਸ਼ ਦੇ ਵਿੱਚ ਹੀ ਆ। ਅਗਲਾ ਪ੍ਰਸ਼ਨ, ਖੇਤਰਫਲ ਪੱਖੋਂ ਭਾਰਤ ਦਾ ਕਿਹੜਾ ਰਾਜ ਸਭ ਤੋਂ ਛੋਟਾ ਹੈ? ਹਾਂਜੀ, ਖੇਤਰਫਲ ਦੇ ਪੱਖੋਂ ਭਾਰਤ ਦਾ ਕਿਹੜਾ ਰਾਜ ਸਭ ਤੋਂ ਛੋਟਾ ਹੈ? ਜੇ ਵੱਡੇ ਦੀ ਗੱਲ ਕਰੀਏ, ਖੇਤਰਫਲ ਦੇ ਪੱਖੋਂ ਭਾਰਤ ਦਾ ਵੱਡਾ ਰਾਜ ਹੈ ਰਾਜਸਥਾਨ, ਪਰ ਖੇਤਰਫਲ ਦੇ ਪੱਖੋਂ ਛੋਟਾ ਰਾਜ ਹੈ ਗੋਆ। ਆਪਸ਼ਨ ਡੀ ਇਸ ਦਾ ਰਾਈਟ ਆਨਸਰ ਹੈ। ਗੋਆ ਨਾਲ ਰਿਲੇਟਡ ਤੁਸੀਂ ਯਾਦ ਰੱਖਣਾ ਕਿ ਗੋਆ ਸਭ ਤੋਂ ਲਾਸਟ ਤੇ ਮੁਕਤ ਹੋਇਆ ਸੀ, ਆਜ਼ਾਦ ਹੋਇਆ ਸੀ। ਜਿਵੇਂ ਅਸੀਂ ਤਾਂ 1947 ਦੇ ਵਿੱਚ ਆਜ਼ਾਦ ਹੋ ਗਏ ਸੀ, ਪਰ ਗੋਆ 1961 ਦੇ ਵਿੱਚ 19 ਦਸੰਬਰ 1961 ਦੇ ਵਿੱਚ ਪੁਰਤਗਾਲੀਆਂ ਤੋਂ ਆਜ਼ਾਦ ਹੋਇਆ ਸੀ। ਇਸੇ ਕਰਕੇ 19 ਦਸੰਬਰ ਨੂੰ ਗੋਆ ਮੁਕਤੀ ਦਿਵਸ ਮਨਾਇਆ ਜਾਂਦਾ। ਇਸ ਗੱਲ ਦਾ ਵੀ ਤੁਸੀਂ ਧਿਆਨ ਰੱਖਣਾ, ਠੀਕ ਹੈ। ਗੋਆ ਭਾਰਤ ਦਾ ਇਸ ਤਰ੍ਹਾਂ ਦਾ ਰਾਜ ਆ ਜਿਹੜਾ ਸਭ ਤੋਂ ਲਾਸਟ ਤੇ ਮੁਕਤ ਹੋਇਆ ਸੀ ਪੁਰਤਗਾਲੀਆਂ ਤੋਂ। ਅਗਲਾ ਪ੍ਰਸ਼ਨ, 2023 ਵਿੱਚ G20 ਦੀ ਪ੍ਰਧਾਨਗੀ ਕਿਸ ਨੂੰ ਮਿਲੀ ਸੀ? ਹਾਂਜੀ, 2023 ਦੇ ਵਿੱਚ G20 ਦੀ ਜਿਹੜੀ ਪ੍ਰਧਾਨਗੀ ਉਹ ਕਿਹੜੇ ਦੇਸ਼ ਨੂੰ ਮਿਲੀ ਆ? ਜਿਵੇਂ ਕਿ ਤੁਹਾਨੂੰ ਪਤਾ ਹੈ G20 ਦੀ ਮੀਟਿੰਗ ਹੋਈ ਸੀ ਇੰਡੋਨੇਸ਼ੀਆ ਦੇ ਬਾਲੀ ਦੇ ਵਿੱਚ, ਮੈਂ ਤੁਹਾਨੂੰ ਕਰੰਟ ਅਫੇਅਰ ਦੇ ਵਿੱਚ ਕਰਵਾਇਆ ਸੀ, ਠੀਕ ਹੈ। ਉੱਥੇ ਜੋ ਇੰਡੋਨੇਸ਼ੀਆ ਦੇ ਪ੍ਰੈਜ਼ੀਡੈਂਟ ਸੀ, ਉਹਨਾਂ ਨੇ ਭਾਰਤ ਨੂੰ, ਸਾਡੇ ਦੇਸ਼ ਭਾਰਤ ਨੂੰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੀ ਐਜ਼ ਅ ਚੀਫ ਗੈਸਟ ਉੱਥੇ ਗਏ ਸੀ, ਠੀਕ ਹੈ। ਤਾਂ ਉਹਨਾਂ ਨੇ
ਆਪਣੇ ਦੇਸ਼ ਭਾਰਤ ਨੂੰ G20 ਦੀ ਪ੍ਰਧਾਨਗੀ ਦਿੱਤੀ। ਤਾਂ ਹੁਣ G20 ਦੀਆਂ ਜਿੰਨੀਆਂ ਵੀ ਮੀਟਿੰਗਸ ਆ ਉਹ ਸਾਡੇ ਦੇਸ਼ ਦੇ ਵਿੱਚ ਹੋ ਰਹੀਆਂ ਨੇ, ਠੀਕ ਹੈ। ਜਿਵੇਂ ਕੋਈ ਵਿਦੇਸ਼ ਮੰਤਰੀਆਂ ਦੀ ਮੀਟਿੰਗ ਹੋਈ G20 ਦੀ, ਤਾਂ ਉਹ ਜਿੰਨੇ ਵੀ G20 ਦੇ ਮੈਂਬਰ ਦੇਸ਼ ਆ ਸਾਰੇ ਆਪਣੇ ਦੇਸ਼ ਦੇ ਵਿੱਚ ਇਕੱਠੇ ਹੋਏ। ਤਾਂ ਅਲੱਗ-ਅਲੱਗ ਜਗ੍ਹਾ ਤੇ ਮੀਟਿੰਗਸ ਹੋ ਰਹੀਆਂ ਨੇ ਜਿਹੜੀਆਂ ਤੁਹਾਡੇ ਲਈ ਇੰਪੋਰਟੈਂਟ ਆ। ਮੈਂ ਅਲੱਗ ਤੋਂ ਇਸ ਤੇ ਵੀ ਵੀਡੀਓ ਬਣਾ ਦੇਵਾਂਗੀ ਕਿ G20 ਦੀ ਕਿਹੜੀ ਮੀਟਿੰਗ, ਕਿਹੜੇ ਵਿਭਾਗ ਦੀ ਮੀਟਿੰਗ ਕਿੱਥੇ ਹੋਈ ਆ। ਤਾਂ ਹੁਣ ਇੱਥੇ ਰਾਈਟ ਆਨਸਰ ਹੈ ਆਪਸ਼ਨ ਨੰਬਰ ਏ, ਭਾਰਤ ਨੂੰ ਮਿਲੀ ਆ G20 ਦੀ ਪ੍ਰਧਾਨਗੀ। ਅਗਲਾ ਪ੍ਰਸ਼ਨ, ਭਾਰਤ ਦਾ ਸਭ ਤੋਂ ਵੱਡਾ ਨੈਸ਼ਨਲ ਪਾਰਕ ਹੈ ਹੈਮਿਸ ਹਾਈ ਐਲਟੀਟਿਊਡ ਨੈਸ਼ਨਲ ਪਾਰਕ ਤੇ ਕਿਹੜੇ ਰਾਜ ਵਿੱਚ ਸਥਿਤ ਹੈ। ਦੇਖੋ, ਜਦੋਂ ਵੀ ਅਸੀਂ ਕਰੰਟ ਅਫੇਅਰ ਦੇ ਵਿੱਚ ਗੱਲ ਕਰਦੇ ਹਾਂ ਤਾਂ ਮੈਂ ਤੁਹਾਨੂੰ ਹਮੇਸ਼ਾ ਹੀ ਦੱਸਦੀ ਹਾਂ ਕਿ ਹੈਮਿਸ ਨੈਸ਼ਨਲ ਪਾਰਕ ਦਾ ਪਹਿਲਾ ਆਨਸਰ ਹੁੰਦਾ ਸੀ, ਐਗਜ਼ਾਮ ਦੇ ਵਿੱਚ ਪਹਿਲਾਂ ਬਹੁਤ ਵਾਰ ਪੁੱਛਿਆ ਜਾ ਚੁੱਕਿਆ, ਜੰਮੂ ਕਸ਼ਮੀਰ, ਠੀਕ ਹੈ। ਪਹਿਲਾ ਆਨਸਰ ਹੁੰਦਾ ਸੀ ਜੰਮੂ ਕਸ਼ਮੀਰ। ਜਿਵੇਂ ਕਿ ਹੁਣ ਤੁਹਾਨੂੰ ਪਤਾ ਹੈ ਜੰਮੂ ਕਸ਼ਮੀਰ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵਿੱਚ ਵੰਡਿਆ ਗਿਆ ਹੈ, ਇੱਕ ਜੰਮੂ ਕਸ਼ਮੀਰ ਤੇ ਦੂਜਾ ਲਦਾਖ। ਤੇ ਹੁਣ ਹੈਮਿਸ ਨੈਸ਼ਨਲ ਪਾਰਕ ਆ ਜਿਹੜਾ ਇਹ ਲਦਾਖ ਦੇ ਵਿੱਚ ਆ ਤੇ ਭਾਰਤ ਦਾ ਸਭ ਤੋਂ ਵੱਡਾ ਨੈਸ਼ਨਲ ਪਾਰਕ ਆ ਹੈਮਿਸ ਹਾਈ ਐਲਟੀਟਿਊਡ ਨੈਸ਼ਨਲ ਪਾਰਕ। ਆਪਸ਼ਨ ਸੀ ਇਸ ਦਾ ਰਾਈਟ ਆਨਸਰ ਹੈ। ਅਗਲਾ ਪ੍ਰਸ਼ਨ, ਪਡੌ ਡੈਮ ਕਿਹੜੀ ਨਦੀ ਤੇ ਬਣਿਆ ਹੋਇਆ ਹੈ। ਪੰਡੌ ਡੈਮ ਆ ਜੇ ਜਾਂ ਪੌਂਗ ਰਿਜ਼ਰਵ ਆ ਜੇ, ਇਸ ਗੱਲ ਦਾ ਤੁਸੀਂ ਧਿਆਨ ਰੱਖਿਓ। ਪੰਡੌ ਡੈਮ ਆ ਜੇ ਜਾਂ ਪੌਂਗ ਰਿਜ਼ਰਵ ਆ ਜੇ ਤਾਂ ਇਹ ਬਣੇ ਹੋਏ ਆ ਜੀ ਬਿਆਸ ਨਦੀ ਤੇ। ਆਪਸ਼ਨ ਸੀ ਇਸ ਦਾ ਰਾਈਟ ਆਨਸਰ ਹੈ ਬਿਆਸ, ਠੀਕ ਹੈ। ਬਿਆਸ ਨਦੀ ਤੇ ਬਣਿਆ ਹੋਇਆ ਹੈ ਪੰਡੌ ਡੈਮ। ਸਤਲੁਜ ਦੀ ਜੇ ਗੱਲ ਕਰੀਏ, ਇਸ ਨੂੰ ਪੰਜਾਬ ਦੀ ਰੀੜ੍ਹ ਦੀ ਹੱਡੀ ਬੋਲਿਆ ਜਾਂਦਾ ਹੈ, ਠੀਕ ਹੈ। ਤੇ ਇਸ ਤੇ ਬਣਿਆ ਹੋਇਆ ਹੈ ਭਾਖੜਾ ਡੈਮ। ਤੇ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਰਾਵੀ ਤੇ ਬਣਿਆ ਹੋਇਆ ਹੈ ਥੀਨ ਡੈਮ, ਠੀਕ ਹੈ। ਜਿਹੜੀ ਘੱਗਰ ਆ ਇਹ ਇੱਕ ਮੌਸਮੀ ਨਦੀ ਆ। ਜਿਹੜੇ 3 ਦਰਿਆ ਪੰਜਾਬ ਦੇ ਵਿੱਚ ਐਟ ਪ੍ਰੈਜ਼ੈਂਟ 3 ਦਰਿਆ ਵਗਦੇ ਨੇ, ਠੀਕ ਹੈ। ਰਾਵੀ ਅੱਧਾ ਹੈ, ਅੱਧਾ ਪਾਕਿਸਤਾਨ ਦੇ ਵਿੱਚ ਆ। ਤੇ ਇਹ ਜਿਹੜੇ 3 ਦਰਿਆ ਨੇ ਸਦਾਬਹਾਰ ਦਰਿਆ ਨੇ ਜਿਹੜੇ ਹਮੇਸ਼ਾ ਹੀ ਵਗਦੇ ਰਹਿੰਦੇ ਆ, ਪਰ ਘੱਗਰ ਮੌਸਮੀ ਦਰਿਆ ਵਾ, ਠੀਕ ਹੈ। ਇਹ ਵੀ ਤੁਸੀਂ ਯਾਦ ਰੱਖਣਾ। ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ, ਅੰਮ੍ਰਿਤਸਰ, ਪਠਾਨਕੋਟ, ਗੁਰਦਾਸਪੁਰ ਅਤੇ ਤਰਨਤਾਰਨ ਕਿਸ ਖੇਤਰ ਅਧੀਨ ਆਉਂਦੇ ਆ। ਮੈਂ ਤੁਹਾਨੂੰ ਦੱਸਿਆ ਜਦੋਂ ਆਪਾਂ ਉਪਬੋਲੀ ਦੀ ਗੱਲ ਕੀਤੀ ਸੀ ਮਾਝੀ ਮਲਵਈ ਦੀ, ਠੀਕ ਹੈ, ਉਸ ਟਾਈਮ ਮੈਂ ਤੁਹਾਨੂੰ ਦੱਸਿਆ ਸੀ ਅੰਮ੍ਰਿਤਸਰ, ਪਠਾਨਕੋਟ, ਗੁਰਦਾਸਪੁਰ ਅਤੇ ਤਰਨਤਾਰਨ ਕਿਹੜੀ ਬੋਲੀ ਬੋਲਦੇ ਆ, ਮਾਝੀ। ਤੇ ਕਿਹੜੇ ਖੇਤਰ ਦੇ ਵਿੱਚ ਆਉਂਦੇ ਆ ਇਹ, ਮਾਝੇ ਖੇਤਰ ਦੇ ਵਿੱਚ ਆਉਂਦੇ ਆ। ਆਪਸ਼ਨ ਏ ਇੱਥੇ ਰਾਈਟ ਆਨਸਰ ਹੈ ਤੁਹਾਡਾ ਮਾਝਾ। ਵੈਸੇ ਮਾਝਾ ਖੇਤਰ ਹੈ ਕੀ ਆ, ਤੁਹਾਡੇ ਮਾਈਂਡ ਦੇ ਵਿੱਚ ਕਲਿੱਕ ਤਾਂ ਕਰਦਾ ਹੀ ਹੋਣਾ ਜਿਹੜੇ ਸਟੂਡੈਂਟਸ ਨੂੰ ਨਹੀਂ ਪਤਾ ਕਿ ਮਾਝਾ ਕੀ ਆ, ਮਾਲਵਾ ਕੀ ਆ, ਦੁਆਬਾ ਕੀ ਆ। ਦੇਖੋ, 2 ਖੇਤਰਾਂ ਦੇ ਵਿਚਕਾਰਲੇ ਇਲਾਕੇ ਨੂੰ ਇਹ ਖੇਤਰਾਂ ਦੇ ਨਾਮ ਦਿੱਤੇ ਗਏ ਆ। ਜਿਵੇਂ ਜੇ ਅਸੀਂ ਮਾਝਾ ਦੀ ਗੱਲ ਕਰੀਏ, ਇਹ ਰਾਵੀ ਅਤੇ ਬਿਆਸ ਦੇ ਵਿਚਕਾਰਲਾ ਇਲਾਕਾ ਵਾ। ਰਾਵੀ ਅਤੇ ਬਿਆਸ ਦੇ ਵਿਚਕਾਰ ਜੋ ਇਲਾਕਾ ਬਣ ਜਾਂਦਾ ਨਾ ਵਿਚਕਾਰ, ਉਹਨੂੰ ਅਸੀਂ ਬੋਲਦੇ ਹਾਂ ਮਾਝਾ। ਮਾਝੇ ਦੇ ਵਿੱਚ ਆਉਂਦੇ ਆ 4 ਜ਼ਿਲ੍ਹੇ, ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ। ਫਿਰ ਅਗਲਾ ਆ ਗਿਆ ਸਾਡੇ ਕੋਲੇ ਦੁਆਬਾ। ਦੁਆਬਾ ਵਾ ਜਿਹੜਾ ਇਹ 2 ਦਰਿਆਵਾਂ ਦੇ ਵਿਚਕਾਰਲਾ ਇਲਾਕਾ ਵਾ, ਬਿਆਸ ਅਤੇ ਸਤਲੁਜ ਦਾ। ਬਿਆਸ ਅਤੇ ਸਤਲੁਜ ਦਾ ਵਿਚਕਾਰਲਾ ਇਲਾਕਾ ਵਾ ਦੁਆਬਾ। ਤੇ ਇਸ ਦੇ ਵਿੱਚ ਜ਼ਿਲ੍ਹੇ ਆਉਂਦੇ ਆ ਜਿਹੜੇ, ਜਿਵੇਂ ਤੁਸੀਂ ਦੇਖਿਆ ਹੋਣਾ ਇਹ ਕਿਹੜੀ, ਜਿਵੇਂ ਆਪਾਂ ਮਾਝੇ ਦੀ ਗੱਲ ਕਰ ਰਹੇ ਸੀ ਨਾ ਪਹਿਲਾਂ, ਮਾਝੇ ਨਾਲ ਰਿਲੇਟਡ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦੀ ਹਾਂ। ਇਹ ਉਪਬੋਲੀ ਮਾਝੀ ਬੋਲਦੇ ਆ। ਮਾਝੀ ਬਹੁਤ ਹੀ ਸਵੀਟ ਮਾਝੀ ਬੋਲੀ ਉਹ ਹੈ ਜਿਹੜੀ ਦਫ਼ਤਰੀ ਕੰਮਕਾਜ ਲਈ ਵਰਤੀ ਜਾਂਦੀ ਹੈ। ਤੁਹਾਨੂੰ ਆ ਸਕਦਾ ਕਿ ਪੰਜਾਬ ਦੇ ਟਕਸਾਲੀ ਉਪਬੋਲੀ ਕਿਹੜੀ ਆ, ਤਾਂ ਉਹ ਮਾਝੀ ਆ। ਮਤਲਬ ਜਿਵੇਂ ਇਹ ਲੋਕ ਬੋਲਦੇ ਆ ਉੱਦਾਂ ਹੀ ਲਿਖਦੇ ਆ। ਆਪਾਂ ਕੀ ਕਰਦੇ ਆ, ਜਿਵੇਂ ਲਿਖਿਆ ਹੁੰਦਾ ਉਹਨੂੰ ਤੋੜ ਫਰੋੜ ਦਿੰਦੇ ਆ। ਜਿਵੇਂ ਦੀ ਗੱਲ ਮੈਂ ਤੁਹਾਨੂੰ ਉੱਪਰ ਦੱਸ ਚੁੱਕੀ ਹਾਂ। ਹੁਣ ਆਪਾਂ ਗੱਲ ਕਰਦੇ ਹਾਂ ਦੁਆਬੇ ਦੀ। ਦੁਆਬੇ ਦੇ ਵਿੱਚ ਕੀ ਆ, ਜਿਵੇਂ ਤੁਸੀਂ ਦੇਖਿਆ ਹੋਣਾ ਆਪਾਂ ਤਾਂ ਵੀਰਾ ਸ਼ਬਦ ਨੂੰ ਵੀਰ ਜੀ ਬੋਲਦੇ ਆ, ਭਰਾ ਨੂੰ, ਠੀਕ ਹੈ। ਦੁਆਬੇ ਵਾਲੇ ਕੀ ਬੋਲਦੇ ਆ, ਭਾਊ ਬੋਲਦੇ ਆ। ਇਹ ਮਤਲਬ ਇੱਦਾਂ ਬੋਲੀਆਂ ਦਾ ਫਰਕ ਆ। ਤਾਂ ਦੁਆਬਾ ਵਾ ਜਿਹੜਾ ਬਿਆਸ ਅਤੇ ਸਤਲੁਜ ਦੇ ਵਿਚਕਾਰਲਾ ਇਲਾਕਾ, ਇਸ ਦੇ ਵਿੱਚ ਵੀ 4 ਜ਼ਿਲ੍ਹੇ ਆ ਜਾਂਦੇ ਆ, ਹੁਸ਼ਿਆਰਪੁਰ, ਕਪੂਰਥਲਾ, ਜਲੰਧਰ ਅਤੇ ਨਵਾਂ ਸ਼ਹਿਰ, ਠੀਕ ਹੈ। ਉਸ ਤੋਂ ਬਾਅਦ ਜੇਕਰ ਅਸੀਂ ਗੱਲ ਕਰੀਏ ਮਾਲਵਾ ਦੀ, ਮਾਲਵੇ ਦੇ ਵਿੱਚ ਵੀ ਮਾਲਵਾ ਵਾ ਜਿਹੜਾ ਇਹ ਸਤਲੁਜ ਦਰਿਆ ਦੇ ਹੇਠਲਾ ਇਲਾਕਾ ਵਾ। ਤੇ ਇਹਦੇ ਵਿੱਚ ਬਣ ਜਾਂਦੇ ਆ ਬਾਕੀ ਦੇ 15 ਜ਼ਿਲ੍ਹੇ, ਠੀਕ ਹੈ। ਟੋਟਲ 23 ਜ਼ਿਲ੍ਹੇ ਆ ਨਾ। 23 ਜ਼ਿਲ੍ਹਿਆਂ ਦੇ ਵਿੱਚੋਂ 4 ਮਾਝੇ 'ਚ ਪੈ ਗਏ, 4 ਦੁਆਬੇ 'ਚ ਪੈ ਗਏ, ਬਾਕੀ ਜੋ ਬਚ ਗਏ ਉਹ ਮਾਲਵੇ 'ਚ ਆ ਗਏ, ਠੀਕ ਹੈ। ਤਾਂ ਮਾਲਵੇ ਵਾਲੇ ਅਸੀਂ ਬੋਲਦੇ ਹਾਂ ਮਲਵਈ। ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ, ਪੰਜਾਬ ਦਾ ਰਾਜ ਜਾਨਵਰ ਕਾਲਾ ਹਿਰਨ ਆ। ਹਾਂਜੀ, ਪੰਜਾਬ ਦਾ ਜੋ ਰਾਜ ਜਾਨਵਰ ਆ ਉਹ ਕੀ ਆ, ਕਾਲਾ ਹਿਰਨ ਆ। ਜਦੋਂ ਕਿ ਪੰਜਾਬ ਦਾ ਰਾਜ ਰੁੱਖ ਡੈਸ਼ ਹੈ। ਪੰਜਾਬ ਦਾ ਰਾਜ ਜਾਨਵਰ ਕਾਲਾ ਹਿਰਨ ਆ ਤੇ ਪੰਜਾਬ ਦਾ ਰਾਜ ਰੁੱਖ ਕਿਹੜਾ ਵਾ, ਸਿਸਮ, ਟਾਹਲੀ। ਆਪਸ਼ਨ ਬੀ ਇਸ ਦਾ ਰਾਈਟ ਆਨਸਰ ਹੈ, ਠੀਕ ਹੈ ਜੀ, ਟਾਹਲੀ। ਅਗਲਾ ਪ੍ਰਸ਼ਨ, ਸਤਲੁਜ ਅਤੇ ਬਿਆਸ ਦਾ ਸੰਗਮ ਕਿੱਥੇ ਹੁੰਦਾ ਹੈ। ਹਾਂਜੀ, ਜਿੱਥੇ ਸਤਲੁਜ ਅਤੇ ਬਿਆਸ ਦਾ ਸੰਗਮ ਹੁੰਦਾ ਹੈ
ਕਿੱਥੇ ਹੁੰਦਾ ਹੈ? ਹਰੀਕੇ ਪੱਤਣ ਹੁੰਦਾ ਹੈ। ਤੁਸੀਂ ਸੁਣਿਆ ਹੋਣਾ ਹਰੀਕੇ ਇੱਕ ਵੈਟਲੈਂਡ ਵੀ ਆ ਜਿਹੜੀ ਕਿ ਬਹੁਤ ਇੰਪੋਰਟੈਂਟ ਆ। ਇਸ ਤੋਂ ਇਲਾਵਾ ਸਤਲੁਜ ਅਤੇ ਬਿਆਸ ਦਾ ਜਿਹੜਾ ਸੰਗਮ ਆ ਉਹ ਹਰੀਕੇ ਪੱਤਣ ਹੁੰਦਾ ਹੈ। ਤੁਸੀਂ ਯਾਦ ਰੱਖਣਾ, ਬਹੁਤ ਇੰਪੋਰਟੈਂਟ ਆ, ਐਗਜ਼ਾਮ ਦੇ ਵਿੱਚ ਆ ਵੀ ਚੁੱਕਿਆ। ਅਗਲਾ ਪ੍ਰਸ਼ਨ ਆ, ਕਿਹੜੇ ਦਰਿਆ ਨੂੰ ਪੰਜਾਬ ਦੀ ਰੀੜ੍ਹ ਦੀ ਹੱਡੀ ਕਿਹਾ ਜਾਂਦਾ ਹੈ? ਇਹ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕੀ ਹਾਂ। ਉਮੀਦ ਕਰਦੀ ਹਾਂ ਕਿ ਇਸ ਦਾ ਆਨਸਰ ਹੁਣ ਤੁਸੀਂ ਆਪ ਦਓਗੇ ਕਮੈਂਟ ਬਾਕਸ ਦੇ ਵਿੱਚ। ਤਾਂ ਸਤਲੁਜ ਦਰਿਆ ਵਾ ਜਿਸ ਨੂੰ ਪੰਜਾਬ ਦੀ ਰੀੜ੍ਹ ਦੀ ਹੱਡੀ ਬੋਲਿਆ ਜਾਂਦਾ ਹੈ। ਆਪਸ਼ਨ ਸੀ ਇਸ ਦਾ ਰਾਈਟ ਆਨਸਰ ਹੈ। ਅਗਲਾ ਪ੍ਰਸ਼ਨ, ਕਿਹੜੀ ਅਨਾਜ ਮੰਡੀ ਨੂੰ ਪੂਰੇ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਮੰਨਿਆ ਜਾਂਦਾ ਹੈ? ਹਾਂਜੀ, ਪੂਰੇ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਆ ਜਿਹੜੀ, ਇਹ ਮੰਨਿਆ ਜਾਂਦਾ ਹੈ ਖੰਨੇ ਨੂੰ, ਠੀਕ ਹੈ। ਖੰਨਾ ਅਨਾਜ ਮੰਡੀ ਆ, ਮੰਡੀ ਗੋਬਿੰਦਗੜ੍ਹ, ਜਿਹੜੀ ਕਿ ਪੂਰੇ ਪੰਜਾਬ ਦੇ ਵਿੱਚ ਫੇਮਸ ਆ, ਜਾਂ ਕਹਿ ਸਕਦੇ ਹਾਂ ਪੰਜਾਬ ਦੀ ਵੀ ਫੇਮਸ ਖੰਨਾ ਅਨਾਜ ਮੰਡੀ, ਠੀਕ ਹੈ। ਆਪਾਂ ਕਹਿ ਸਕਦੇ ਹਾਂ ਮੰਡੀ ਗੋਬਿੰਦਗੜ੍ਹ ਬਾਰੇ ਤੁਸੀਂ ਸੁਣਿਆ ਹੋਣਾ ਵਾ। ਤਾਂ ਇਹ ਪੂਰੇ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਆ। ਆਪਸ਼ਨ ਏ ਇਸ ਦਾ ਰਾਈਟ ਆਨਸਰ ਹੈ। ਮੋਗੇ ਦੇ ਵਿੱਚ ਸਭ ਤੋਂ ਵੱਡਾ ਮਿਲਕ ਪਲਾਂਟ ਆ। ਅਬੋਹਰ ਪੰਜਾਬ ਦਾ ਕੈਲੀਫੋਰਨੀਆ ਕਿਹਾ ਜਾਂਦਾ ਵਾ ਕਿਉਂਕਿ ਇੱਥੇ ਕਿਨੂਆਂ ਦੀ ਕਾਸ਼ਤ ਜ਼ਿਆਦਾ ਹੁੰਦੀ ਆ। ਜਲੰਧਰ ਨੂੰ ਸਪੋਰਟਸ ਸਿਟੀ ਆਫ ਪੰਜਾਬ ਬੋਲਿਆ ਜਾਂਦਾ, ਠੀਕ ਹੈ। ਲੁਧਿਆਣਾ ਦੀ ਗੱਲ ਕਰੀਏ, ਲੁਧਿਆਣਾ ਨੂੰ ਉਦਯੋਗਿਕ ਸਿਟੀ ਬੋਲਿਆ ਜਾਂਦਾ ਹੈ, ਉਦਯੋਗਿਕ ਸਿਟੀ ਜਾਂ ਆਰਥਿਕ ਰਾਜਧਾਨੀ ਬੋਲਿਆ ਜਾਂਦਾ ਹੈ, ਠੀਕ ਹੈ। ਮੈਨਚੈਸਟਰ ਵੀ ਬੋਲ ਦਿੱਤਾ ਜਾਂਦਾ ਪੰਜਾਬ ਦਾ ਲੁਧਿਆਣਾ ਨੂੰ। ਇਸ ਤਰ੍ਹਾਂ ਤੁਸੀਂ ਯਾਦ ਰੱਖਣਾ, ਹਰੇਕ ਤੁਹਾਡੇ ਲਈ ਇੰਪੋਰਟੈਂਟ ਆ। ਸਟੀਲ ਸਿਟੀ ਆਫ ਪੰਜਾਬ ਕਿਹਨੂੰ ਬੋਲਿਆ ਜਾਂਦਾ? ਜਲਦੀ ਨਾਲ ਆਨਸਰ ਕਮੈਂਟ ਬਾਕਸ ਦੇ ਵਿੱਚ ਸੈਂਡ ਕਰੋ। ਮੋਹਾਲੀ। ਅਗਲਾ ਪ੍ਰਸ਼ਨ, ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਕਿਸ ਨੇ ਰੱਖਿਆ? ਹਾਂਜੀ, ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਵੈਰੀ ਇੰਪੋਰਟੈਂਟ, ਇਹ ਪੰਜਾਬ ਪਟਵਾਰੀ ਦੇ ਐਗਜ਼ਾਮ ਦੇ ਵਿੱਚ ਆ ਚੁੱਕਿਆ MCQ ਆ। ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਰੱਖਿਆ ਸੀ ਸੂਫੀ ਸੰਤ ਮੀਆਂ ਮੀਰ ਜੀ ਨੇ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਠੀਕ ਹੈ, ਜ਼ਿਆਦਾਤਰ ਸਟੂਡੈਂਟਸ ਸ਼੍ਰੀ ਗੁਰੂ ਅਰਜਨ ਦੇਵ ਜੀ ਲਗਾ ਕੇ ਆਉਂਦੇ ਆ। ਨਹੀਂ ਜੀ, ਇਹਨਾਂ ਨੇ ਨਿਰਮਾਣ ਸ਼ੁਰੂ ਕਰਵਾਇਆ ਸੀ, ਪਰ ਨੀਂਹ ਪੱਥਰ ਰੱਖਣ ਦੇ ਲਈ ਇਹਨਾਂ ਨੇ ਸੱਦਾ ਪੱਤਰ ਭੇਜਿਆ ਸੀ ਸੂਫੀ ਸੰਤ ਮੀਆਂ ਮੀਰ ਜੀ ਨੂੰ। ਹਰਿਮੰਦਰ ਸਾਹਿਬ ਦੇ ਵਿੱਚ ਪਹਿਲੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਜਦੋਂ ਸਥਾਪਿਤ ਕੀਤੇ ਗਏ ਸੀਗੇ, ਜਾਂ ਆਪਾਂ ਕਹਿ ਸਕਦੇ ਹਾਂ ਜਦੋਂ ਪਹਿਲੇ ਆਪਣੇ ਗ੍ਰੰਥ ਲਿਖੇ ਗਏ ਸੀ, ਤਾਂ ਉਹਨਾਂ ਦੇ ਪਹਿਲੇ ਗ੍ਰੰਥੀ ਬਣੇ ਸੀ ਬਾਬਾ ਬੁੱਢਾ ਜੀ, ਠੀਕ ਹੈ। ਇਹ ਵੀ ਤੁਸੀਂ ਯਾਦ ਰੱਖਣਾ। ਭਾਈ ਗੁਰਦਾਸ ਜੀ ਨੇ ਆਦਿ ਗ੍ਰੰਥ ਜਾਣੀ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਲਿਖਿਆ ਵਾ। ਲਿਖਵਾਇਆ ਕਿਹਨਾਂ ਨੇ ਆ? ਸ਼੍ਰੀ ਗੁਰੂ ਅਰਜਨ ਦੇਵ ਜੀ ਨੇ। ਦੇਖੋ, ਆਦਿ ਗ੍ਰੰਥ ਦਾ ਸੰਕਲਨ 1604 ਈਸਵੀ ਦੇ ਵਿੱਚ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਕਰਵਾਇਆ, ਪਰ ਤੁਹਾਨੂੰ ਇਹ ਆ ਸਕਦਾ ਕਿ ਲਿਖਿਆ ਕਿਹਨਾਂ ਨੇ ਆ? ਭਾਈ ਗੁਰਦਾਸ ਜੀ ਨੇ। ਪਹਿਲੇ ਗ੍ਰੰਥੀ ਕੌਣ ਬਣੇ ਸੀ? ਬਾਬਾ ਬੁੱਢਾ ਜੀ। ਇਸ ਤਰ੍ਹਾਂ ਲਿੰਕ ਕਰਕੇ ਯਾਦ ਰੱਖਿਆ ਕਰੋ, ਨਾਲੇ ਨੌਲੇਜ ਦੇ ਵਿੱਚ ਵਾਧਾ ਹੁੰਦਾ ਵਾ, ਭੁੱਲਦਾ ਨਹੀਂ ਸਾਨੂੰ, ਠੀਕ ਹੈ। ਅੱਗੇ ਆ ਗਿਆ, ਲਾਵਾਂ ਕਿਸ ਦੀ ਰਚਨਾ ਹੈ? ਹਾਂਜੀ, ਸਿੱਖ ਧਰਮ ਦੇ ਵਿੱਚ ਵਿਆਹ ਵੇਲੇ ਲਾਵਾਂ ਪੜ੍ਹੀਆਂ ਜਾਂਦੀਆਂ ਨੇ। ਜਦੋਂ ਵੀ ਅਸੀਂ ਕੋਈ ਮਤਲਬ ਆਪਣਾ ਕੰਮਕਾਰ ਸ਼ੁਰੂ ਕਰਨਾ ਤਾਂ ਆਨੰਦ ਸਾਹਿਬ ਦੀ ਬਾਣੀ ਪੜ੍ਹੀ ਜਾਂਦੀ ਆ, ਠੀਕ ਹੈ। ਆਨੰਦ ਸਾਹਿਬ ਦੀ ਬਾਣੀ ਪੜ੍ਹੀ ਜਾਂਦੀ ਆ। ਆਨੰਦ ਸਾਹਿਬ ਤੋਂ ਬਾਅਦ ਸਿੱਖ ਧਰਮ ਦੇ ਵਿੱਚ ਇੰਪੋਰਟੈਂਟ ਆ ਜਿਹੜੀਆਂ ਕਿ ਵਿਆਹ ਵੇਲੇ ਪੜ੍ਹੀਆਂ ਜਾਂਦੀਆਂ ਨੇ, ਤਾਂ ਇਸ ਦੀ ਰਚਨਾ ਕੀਤੀ ਸੀ ਸ਼੍ਰੀ ਗੁਰੂ ਰਾਮਦਾਸ ਜੀ ਨੇ। ਆਪਸ਼ਨ ਬੀ ਇਸ ਦਾ ਰਾਈਟ ਆਨਸਰ ਹੈ। ਅਗਲਾ ਪ੍ਰਸ਼ਨ, ਸਿੱਖ ਧਰਮ ਦਾ ਮੁੱਖ ਗ੍ਰੰਥ ਕਿਹੜਾ ਹੈ? ਹਾਂਜੀ, ਸਿੱਖ ਧਰਮ ਦਾ ਮੁੱਖ ਗ੍ਰੰਥ ਕਿਹੜਾ ਹੈ? ਮੁੱਖ ਗ੍ਰੰਥ ਆ ਜੀ ਆਦਿ ਗ੍ਰੰਥ, ਕਿਉਂਕਿ ਆਦਿ ਗ੍ਰੰਥ ਜੋ ਸਾਡੇ ਸਿੱਖਾਂ ਦੇ 11ਵੇਂ ਗੁਰੂ ਆ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ, ਮਸੰਦ ਪ੍ਰਥਾ ਕਿਸ ਦੁਆਰਾ ਸ਼ੁਰੂ ਕੀਤੀ ਗਈ ਸੀ? ਹਾਂਜੀ, ਇਹ MCQ ਇਸ ਦੇ ਨਾਲੋਂ ਵੀ ਜ਼ਿਆਦਾ ਇੰਪੋਰਟੈਂਟ ਬਣ ਜਾਂਦਾ ਕਿ ਮਸੰਦ ਪ੍ਰਥਾ ਨੂੰ ਖਤਮ ਕਿਸ ਨੇ ਕੀਤਾ ਸੀ? ਮਸੰਦ ਪ੍ਰਥਾ ਨੂੰ ਖਤਮ ਕੀਤਾ ਸੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ, ਸ਼ੁਰੂ ਕੀਤਾ ਸੀ ਸ਼੍ਰੀ ਗੁਰੂ ਰਾਮਦਾਸ ਜੀ ਨੇ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਮਸੰਦ ਪ੍ਰਥਾ ਦੇ ਵਿੱਚ ਕੀ ਸੀਗਾ ਕਿ ਧਾਰਮਿਕ ਕਾਰਜਾਂ ਦੇ ਲਈ ਪੈਸੇ ਇਕੱਠੇ ਕੀਤੇ ਜਾਂਦੇ ਸੀ। ਇਹ ਸ਼੍ਰੀ ਗੁਰੂ ਰਾਮਦਾਸ ਜੀ ਨੇ ਸ਼ੁਰੂ ਕੀਤੀ ਸੀ, ਪਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਨੂੰ ਖਤਮ ਕਰ ਦਿੱਤਾ ਸੀ। ਅਗਲਾ ਪ੍ਰਸ਼ਨ, ਰੇਲ ਕੋਚ ਫੈਕਟਰੀ ਕਿੱਥੇ ਸਥਿਤ ਹੈ? ਹਾਂਜੀ, ਰੇਲ ਕੋਚ ਫੈਕਟਰੀ ਦੀ ਜੇ ਅਸੀਂ ਗੱਲ ਕਰੀਏ ਤਾਂ ਰੇਲ ਕੋਚ ਫੈਕਟਰੀ ਆ ਜਿਹੜੀ, ਇਹ ਹੈਗੀ ਆ ਜੀ ਕਪੂਰਥਲੇ ਦੇ ਵਿੱਚ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ, ਠੀਕ ਹੈ। ਅੰਮ੍ਰਿਤਸਰ ਨੂੰ ਸਿੱਖਾਂ ਦਾ ਅਜਾਇਬ ਘਰ ਵੀ ਬੋਲਿਆ ਜਾ ਸਕਦਾ, ਪੰਜਾਬ ਦਾ ਸੱਭਿਆਚਾਰਕ ਕੇਂਦਰ ਵੀ ਬੋਲਿਆ ਜਾਂਦਾ ਵਾ, ਇਹ ਵੀ ਤੁਸੀਂ ਯਾਦ ਰੱਖਣਾ, ਠੀਕ ਹੈ। ਜਲੰਧਰ ਲੁਧਿਆਣਾ ਬਾਰੇ ਮੈਂ ਤੁਹਾਨੂੰ ਦੱਸ ਚੁੱਕੀ ਹਾਂ। ਅਗਲਾ ਪ੍ਰਸ਼ਨ, ਭਾਰਤੀ ਸੰਵਿਧਾਨ ਨੂੰ ਕਦੋਂ ਅਪਣਾਇਆ ਗਿਆ? ਹਾਂਜੀ, ਭਾਰਤੀ ਸੰਵਿਧਾਨ ਨੂੰ ਕਦੋਂ ਅਪਣਾਇਆ ਗਿਆ ਸੀ? ਦੇਖੋ, ਭਾਰਤੀ ਸੰਵਿਧਾਨ ਨੂੰ ਲਾਗੂ ਕਦੋਂ ਕੀਤਾ ਗਿਆ? ਜਦੋਂ ਅਸੀਂ ਰਿਪਬਲਿਕ ਡੇ ਮਨਾਉਂਦੇ ਹਾਂ। 26 ਜਨਵਰੀ 1950 ਨੂੰ ਭਾਰਤੀ ਸੰਵਿਧਾਨ ਲਾਗੂ ਹੋਇਆ ਸੀ, ਠੀਕ ਹੈ। ਪਰ
अपनाया गया दी गल हो रही है ना इत्थे। भारती संविधान नूं कदों अपनाया गया? भारती संविधान बन के तैयार होया सी 26 नवंबर 1949 नूं, तां उस समय अपना लिया गया सी। ऑप्शन सी इज द राइट आंसर है। अगला प्रश्न, भारती संविधान विच राष्ट्रपति दे आउंदे दी जानकारी किहड़े देश तो लई गई है? हाँ जी, भारती संविधान दे विच असी जिवें कि तुहानूं पता है हरेक जो भी भारती संविधान डॉक्टर BN राओ सी जिहड़े कि सलाहकार सी भारती संविधान दे विच, ठीक है। इन्हां ने की कीता सी कि सारे देशां दा संविधान आ जिहड़ा पढ़िया सी, उस तो बाद जिहड़ा चंगा लग्गिया उही भारत दे लई लैके आंदा, ठीक है। ਭਾਰਤ ਦੇ ਸੰਵਿਧਾਨ ਦੇ ਵਿੱਚ ਐਡ ਕੀਤਾ। ਤਾਂ ਭਾਰਤੀ ਸੰਵਿਧਾਨ ਦੇ ਵਿੱਚ ਜਿਹੜਾ ਰਾਸ਼ਟਰਪਤੀ ਦੇ ਆਉਂਦੇ ਦੀ ਜਾਣਕਾਰੀ ਆ ਇਹ ਆਪਾਂ ਅਮਰੀਕਾ ਤੋਂ ਲਈ ਆ। ਕਿਹਦੇ ਤੋਂ ਲਈ ਆ? ਅਮਰੀਕਾ ਤੋਂ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ ਹੈ। ਦੇਖੋ ਅਮਰੀਕਾ ਤੋਂ ਅਸੀਂ ਪ੍ਰਸਤਾਵਨਾ ਲਈ ਆ, ਮੂਲ ਅਧਿਕਾਰ ਲਈ ਆ, ਸੁਪਰੀਮ ਕੋਰਟ ਸੰਬੰਧੀ ਜਾਣਕਾਰੀ ਲਈ ਆ, ਨਿਆਇਕ ਸੰਬੰਧੀ ਜਾਣਕਾਰੀ ਲਈ ਆ, ਰਾਸ਼ਟਰਪਤੀਆਂ ਦੀ ਸ਼ਕਤੀਆਂ ਤੇ ਕੰਮਾਂ ਦੀ ਜਾਣਕਾਰੀ ਲਈ ਆ, ਉਪ ਰਾਸ਼ਟਰਪਤੀ ਦਾ ਆਉਂਦਾ ਵੀ ਅਸੀਂ ਅਮਰੀਕਾ ਤੋਂ ਲਿਆ, ਸੰਸ਼ੋਧਨ ਪ੍ਰਣਾਲੀ ਵੀ ਅਸੀਂ ਅਮਰੀਕਾ ਤੋਂ ਲਈ। ठीक है, ये तुसीं याद रखना अमेरिका के बारे। मूल अधिकार जिवें कि मौलिक अधिकार मैं तुहानूं दस चुकी हाँ। अगला प्रश्न, भारतीय संविधान बनाउण लई संविधान सभा द्वारा कितनियां कमेटियां का गठन किया गया? हाँ जी, भारतीय संविधान बनाउण दे लई देखो जिवें कि मैं तुहानूं दस्सिया सी दूजे विश्व युद्ध दे नाल रिलेटेड आ, जदों बहुत ज़्यादा तबाही मची हुई सी उस टाइम इंडिया ने हैल्प कीती सीगी। किस दी हैल्प कीती सीगी? हाँ जी, लेबर पार्टी के नेता सीगे क्लाइमेट एंटली। उन्होंने कहा सी कि जेकर तुसी उन्हां दी मदद करोगे, हुण मैं तुहानूं स्टोरी पहलां दस चुकी हाँ। रिपब्लिक डे ते मैं 15 अगस्त वाली वीडियो 26 जनवरी वाली वीडियो बनाई सी ना, तुसीं उस नूं देख सकदे हो। उहदे विच मैं तुहानूं सारा डिटेल दे विच दस्सिया वा कि क्यों भारतीय संविधान नूं भी लागू करन दे लई 2 महीने वेट कीती गई सी, ठीक है। सारा कुछ किवें होया किवें की नहीं होया मैं सारा तुहानूं उस विच दस चुकी हाँ। नाल दी नाल संविधान भी मैं तुहानूं क्लीयर कीता सीगा क्योंकि सारा एक दूजे नाल रिलेटेड सी, इस करके, ठीक है। ਤਾਂ ਉਸ ਤੋਂ ਬਾਅਦ ਜਿਹੜੇ ਤਿੰਨ ਉਹਨਾਂ ਨੇ ਸਾਡੇ ਕੋਲੇ ਭਾਰਤ ਨੇ ਉਹਨਾਂ ਦੀ ਹੈਲਪ ਕੀਤੀ ਸੀਗੀ ਤੇ ਉਹਨਾਂ ਨੇ ਫਿਰ ਭਾਰਤ ਦੀ ਹੈਲਪ ਕਰਨ ਦੇ ਲਈ 3 ਕੈਬਨਿਟ ਮੰਤਰੀ ਭੇਜੇ ਸੀ ਆਪਣੇ 1946 ਦੇ ਵਿੱਚ, ਕ੍ਰਿਪਸ, ਅਲੈਗਜ਼ੈਂਡਰ ਅਤੇ ਲਾਰੈਂਸ। ਇਹਨਾਂ ਤਿੰਨਾਂ ਨੇ ਆਪਣੀ ਜਿਹੜੇ ਆਪਣਾ ਜਿੰਨਾ ਟਾਈਮ ਸੰਵਿਧਾਨ ਨਹੀਂ ਬਣਿਆ ਭਾਰਤ ਨੂੰ ਸੰਭਾਲਿਆ ਸੀਗਾ ਕਿਉਂਕਿ 1947 ਦੇ ਵਿੱਚ ਭਾਰਤ ਆਪਾਂ ਕਹਿ ਸਕਦੇ ਹਾਂ ਕਿ ਅੰਗਰੇਜ਼ ਛੱਡਣ ਲਈ ਤਿਆਰ ਤਾਂ ਹੋ ਗਈ ਸੀ ਪਰ ਕੋਈ ਨਾ ਕੋਈ ਤਾਂ ਚਾਹੀਦਾ ਹੀ ਸੀ ਨਾ ਭਾਰਤ ਤੇ ਰਾਜ ਕਰਨ ਦੇ ਲਈ। ਤਾਂ ਇਸ ਲਈ ਉਹ ਕਹਿੰਦੇ ਸੀ ਵੀ ਜਦੋਂ ਤੱਕ ਤੁਹਾਡਾ ਸੰਵਿਧਾਨ ਬਣ नहीं सकता सी तुहाडी देख रेख करांगे। वैसे तुहाडे लई वीडियो बोरिंग बनूगी क्योंकि तुसीं वो वीडियो देख सकते हो, उहदे विच मैं तुहानूं सारा दस्सिया होया। हुण आपां मेन गल करदे हां कि जदों संविधान बनाउण दे लई संविधान की जी प्रक्रिया वा बननी शुरू हो गई सी। फिर संविधान कौन बनाएगा इसके लिए इंडायरैक्ट इलैक्शनस हुई सी। चुने गए मैंबरां नूं सैंट्रल हॉल के संसद भवन दे विच इकट्ठे कर लिया गया सी, उत्थे बैठ के संविधान लिखिया गया ते कैबिनेट मिशन के आधार पर संविधान सभा का गठन 1946 दे विच होया। पहली मीटिंग आ जिहड़ी 13 पहली मीटिंग जदों होनी सी तां सब तो पहलां 13 कमेटियां बनाईयां गईयां जिहदे विचों सब तो महत्वपूर्ण हुंदी है ड्राफ्ट कमेटी। उस दे प्रधान बने सीगे डॉक्टर भीम राव अंबेडकर। इन्हां ने ड्राफ्ट कमेटी भी संभाली, नाल दी नाल दूजियां कमेटियां दे विच भी कित्थे की गलत हो रहा कित्थे की सही हो रहा इस गल दा ध्यान रखिया। ते उस तो बाद इन्हां ने की कीता सीगा कि इसे करके इन्हां नूं भारतीय संविधान दा जनक मन्निया जांदा है, ठीक है। हुण ऑप्शन ए इस दा राइट आंसर है कि 13 कमेटियां दा गठन होया सी जिस दे विचों महत्वपूर्ण सी ड्राफ्ट कमेटी। ड्राफ्ट कमेटी दे मैंबर सीगे 7, डॉक्टर भीम राव अंबेडकर दे सने 7 सी, ठीक है। ये भी तुसीं याद रखना आ सकदा वा एग्जाम च। अगे आ भारतीय संविधान विच किन्नियां अनुसूचियां हन? हाँ जी, भारतीय संविधान दे विच अनुसूचियां किन्नियां हन? जदों संविधान बन के तैयार होया उस टाइम सी 8, ठीक है। ते हुण एट प्रेजेंट ने 12। ऑप्शन डी इज द राइट आंसर है। जदों संविधान बन के तैयार होया भारतीय संविधान दे विच जे असी गल करिए तां भारतीय संविधान दे विच 22 भाग सी जदों बन के तैयार होया। एट प्रेजेंट किन्ने ने? 25, ठीक है। 395 आर्टिकल सी जानी कि अनुच्छेद सी। एट प्रेजेंट ने 448 प्लस अनुसूचियां सी 8, एट प्रेजेंट ने 12। इस गल का ध्यान रखियो। अगला प्रश्न, भारतीय संविधान, हाँ जी, भारतीय संविधान दे विच आ किहड़ा कथन इन्हां दे विच लागू हुंदा जां किहड़ी लाइन पूरी करदी आ? भारतीय संविधान दे विच अकहरी नागरिकता है। हाँ जी, बिल्कुल राइट आ। भारतीय संविधान आ जिहड़ा सानू अकहरी नागरिकता प्रदान करदा है।
ਆਪਸ਼ਨ ਇੱਥੇ ਏ ਰਾਈਟ ਬਣਦੀ ਹੈ। ਠੀਕ ਹੈ, ਭਾਰਤੀ ਸੰਵਿਧਾਨ। ਜੇਕਰ ਤੁਹਾਨੂੰ ਇੱਥੇ ਤੱਕ ਵੀਡੀਓ ਚੰਗੀ ਲੱਗੀ ਆ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿੱਤਾ ਜਾਵੇ। ਤਾਂ ਭਾਰਤੀ ਸੰਵਿਧਾਨ ਆ ਜਿਹੜਾ ਇਕਹਿਰੀ ਨਾਗਰਿਕਤਾ ਪ੍ਰਦਾਨ ਕਰਦਾ। ਇਕਹਿਰੀ ਨਾਗਰਿਕਤਾ ਅਸੀਂ ਬ੍ਰਿਟੇਨ ਤੋਂ ਲਈ ਆ। ਅਮਰੀਕਾ ਦੇ ਵਿੱਚ ਦੋਹਰੀ ਨਾਗਰਿਕਤਾ ਅਸੀਂ ਇਹ ਦੋਹਰੀ ਨਹੀਂ ਲਈ ਕਿਉਂਕਿ ਸਾਡੇ ਦੋਹਰੀ ਨਹੀਂ ਗੀ, ਸਾਡੇ ਕਿਹੜੀ ਆ ਇਕਹਿਰੀ, ਅਸੀਂ ਬ੍ਰਿਟੇਨ ਤੋਂ ਲਈ ਆ। ਠੀਕ ਹੈ, ਅਗਲਾ ਪ੍ਰਸ਼ਨ ਆ, ਹੁਣ ਤੱਕ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਨੂੰ ਕਿੰਨੀ ਵਾਰ ਸੰਸ਼ੋਧਿਤ ਕੀਤਾ ਜਾ ਚੁੱਕਿਆ ਹੈ? ਹਾਂਜੀ, ਭਾਰਤੀ ਸੰਵਿਧਾਨ ਦੇ ਵਿੱਚ ਪ੍ਰਸਤਾਵਨਾ ਪੜ੍ਹਿਆ ਹੋਣਾ ਤੁਸੀਂ ਪ੍ਰਸਤਾਵਨਾ ਬਾਰੇ। ਠੀਕ ਹੈ, ਭਾਰਤੀ ਸੰਵਿਧਾਨ ਦੇ ਵਿੱਚ ਤਾਂ ਇਹੀ ਤੁਹਾਨੂੰ ਪੁੱਛਿਆ ਜਾ ਰਿਹਾ ਹੈ ਕਿ ਪ੍ਰਸਤਾਵਨਾ ਨੂੰ ਕਿੰਨੇ ਵਾਰ ਸੰਸ਼ੋਧਿਤ ਕੀਤਾ ਜਾ ਚੁੱਕਿਆ। ਪ੍ਰਸਤਾਵਨਾ ਅਸੀਂ ਅਮਰੀਕਾ ਤੋਂ ਲਈ ਆ। ਜਲਦੀ ਨਾਲ ਹੁਣ ਆਪਣਾ ਆਨਸਰ ਇਸ ਕੁਐਸਚਨ ਦਾ MCQ ਆ ਜੋ ਵੀ, ਤਾਂ ਇਹਦਾ ਆਨਸਰ ਕਮੈਂਟ ਬਾਕਸ ਦੇ ਵਿੱਚ ਸੈਂਡ ਕਰੋ। ਭਾਰਤੀ ਸੰਵਿਧਾਨ ਦੇ ਵਿੱਚ ਜਿਹੜੀ ਪ੍ਰਸਤਾਵਨਾ ਵਾ ਇਸ ਦੇ ਵਿੱਚ ਸਿਰਫ ਇੱਕ ਵਾਰ ਹੀ ਸ਼ੋਧ ਕੀਤੀ ਗਈ ਆ, ਉਹ ਵੀ 42ਵੇਂ ਸੰਸ਼ੋਧਨ ਐਕਟ ਦੁਆਰਾ। ਠੀਕ ਹੈ, ਹੁਣ ਤੁਸੀਂ ਇਹ ਯਾਦ ਰੱਖਣਾ, ਆਪਸ਼ਨ ਏ ਇਸ ਦਾ ਰਾਈਟ ਆਨਸਰ ਹੈ। ਅਗਲਾ ਪ੍ਰਸ਼ਨ ਆ, ਭਾਰਤ ਵਿੱਚ ਵਿੱਤੀ ਆਪਾਤਕਾਲ ਕਿੰਨੇ ਵਾਰ ਲੱਗਿਆ? ਵਿੱਤੀ ਜਾਨੀ ਕਿ ਜਿਹਨੂੰ ਆਪਾਂ ਬੋਲ ਦਿੰਦੇ ਆ ਆਰਥਿਕ ਸੰਕਟ। ਠੀਕ ਹੈ, ਤੇ ਆਰਥਿਕ ਸੰਕਟ ਆ ਜਿਹੜਾ ਇਸ ਦੀ ਘੋਸ਼ਣਾ ਜ਼ਰੂਰ 3 ਵਾਰ ਹੋਈ ਆ ਪਰ ਲੱਗਿਆ ਕਦੇ ਵੀ ਨਹੀਂ। ਠੀਕ ਹੈ, ਇਹ ਜਿਹਾ ਮਤਲਬ ਕਿ ਸਮਾਂ ਨਾ ਹੀ ਕਦੇ ਭਾਰਤ ਤੇ ਆਵੇ ਰੱਬ ਕਰੇ ਤੇ ਨਾ ਹੀ ਕਦੇ ਅੱਗੇ ਲੱਗਿਆ ਵਾ। ਠੀਕ ਹੈ, ਵਿੱਤੀ ਆਪਾਤਕਾਲ ਜਿਵੇਂ ਹੁਣ ਸ੍ਰੀਲੰਕਾ ਦੇ ਵਿੱਚ ਲੱਗਿਆ ਸੀ ਨਾ, ਆਰਥਿਕ ਸੰਕਟ ਆਇਆ ਸੀ, ਮਤਲਬ ਉਹ ਵਿੱਤੀ ਆਪਾਤਕਾਲ ਸੀ। ਸ੍ਰੀਲੰਕਾ ਨੇ ਕੀ ਕੀਤਾ ਸੀ ਕਿ ਆਪਣੀ ਜਿਹੜੀ ਖੇਤੀਬਾੜੀ ਸੀ, ਸ੍ਰੀਲੰਕਾ ਖੇਤੀਬਾੜੀ ਅਤੇ ਪਟਸਨ ਦੇ ਉਤਪਾਦਨ ਦੇ ਵਿੱਚ ਮੋਹਰੀ ਸੀਗਾ, ਤੇ ਉਹਨੇ ਕੀ ਕੀਤਾ ਕਿ ਆਪਣੀ ਖੇਤੀਬਾੜੀ ਨੂੰ ਆਰਗੈਨਿਕ ਢੰਗ ਨਾਲ ਕਰਨਾ ਸ਼ੁਰੂ ਕੀਤਾ। 80% ਗਿਰਾਵਟ ਆ ਗਈ ਉੱਥੇ, ਤਾਂ ਇਹਦੇ ਨਾਲ ਕੀ ਹੋਇਆ ਕਿ ਉੱਥੇ ਆਰਥਿਕ ਸੰਕਟ ਆ ਗਿਆ, ਜਾਣੀ ਕਿ ਵਿੱਤੀ ਆਪਾਤਕਾਲ ਲੱਗ ਗਿਆ। ਤੇ ਆਪਣੇ ਕਦੇ ਵੀ ਨਹੀਂ ਇੰਡੀਆ ਦੇ ਵਿੱਚ ਲੱਗਿਆ, ਇਸ ਗੱਲ ਦਾ ਤੁਸੀਂ ਧਿਆਨ ਰੱਖਣਾ। ਇੱਕ ਹੁੰਦਾ ਆਪਾਤਕਾਲ, ਠੀਕ ਹੈ, ਇੱਕ ਕੀ ਹੁੰਦਾ ਆਪਾਤਕਾਲ ਤੇ ਇੱਕ ਹੁੰਦਾ ਵਿੱਤੀ ਆਪਾਤਕਾਲ। ਇਸ ਗੱਲ ਦਾ ਧਿਆਨ ਰੱਖਣਾ, ਆਪਾਤਕਾਲ ਤਾਂ ਸਾਡੇ ਲੱਗਿਆ ਵਾ, ਤੁਹਾਨੂੰ ਵੀ ਪਤਾ ਲੱਗਿਆ। ਠੀਕ ਹੈ, ਪਰ ਵਿੱਤੀ ਆਪਾਤਕਾਲ ਆ ਜਿਹੜਾ ਇਹ ਸਾਡੇ ਕਦੇ ਵੀ ਨਹੀਂ ਲੱਗਿਆ। ਤੇ ਆਪਾਤਕਾਲ ਸੰਬੰਧੀ ਜਾਣਕਾਰੀ ਅਸੀਂ ਕਿਹੜੇ ਦੇਸ਼ ਤੋਂ ਲਈ ਆ? ਵਿੱਤੀ ਆਪਾਤਕਾਲ ਦੀ ਗੱਲ ਕਰ ਲੈਂਦੇ ਆ ਪਹਿਲਾਂ, ਕਿਉਂਕਿ ਹੁਣ ਆਪਾਂ ਵਿੱਤੀ ਦੀ ਗੱਲ ਕੀਤੀ ਆ। ਵਿੱਤੀ ਆਪਾਤਕਾਲ ਸੰਬੰਧੀ ਜਾਣਕਾਰੀ ਅਸੀਂ ਜਰਮਨੀ ਤੋਂ ਲਈ ਆ। ਠੀਕ ਹੈ, ਇਸ ਗੱਲ ਦਾ ਤੁਸੀਂ ਹੁਣ ਧਿਆਨ ਰੱਖਿਓ, ਵਿੱਤੀ ਆਪਾਤਕਾਲ ਕਿਹਦੇ ਤੋਂ ਲਿਆ? ਜਰਮਨੀ ਤੋਂ। ਪਰ ਜੇ ਅਸੀਂ ਇਕੱਲੇ ਆਪਾਤਕਾਲ ਦੀ ਗੱਲ ਕਰੀਏ ਤਾਂ ਜਲਦੀ ਨਾਲ ਕਮੈਂਟ ਬਾਕਸ ਦੇ ਵਿੱਚ ਸੈਂਡ ਕਰੋ ਕਿ ਆਪਾਤਕਾਲ ਸੰਬੰਧੀ ਜਾਣਕਾਰੀ ਅਸੀਂ ਕਿਹੜੇ ਦੇਸ਼ ਤੋਂ ਲਈ ਆ? ਆਸਟ੍ਰੇਲੀਆ ਤੋਂ ਲਈ ਆ। ਠੀਕ ਹੈ, ਇਸ ਗੱਲ ਦਾ ਧਿਆਨ ਰੱਖਿਓ। ਹੁਣ ਸਾਡੇ ਜਿਹੜਾ ਵਿੱਤੀ ਆਪਾਤਕਾਲ ਉਹ ਕਦੇ ਵੀ ਨਹੀਂ ਲੱਗਿਆ। ਆਪਸ਼ਨ ਡੀ ਇਸ ਦਾ ਰਾਈਟ ਆਨਸਰ ਹੈ। ਅਗਲਾ ਪ੍ਰਸ਼ਨ, ਹੇਠ ਲਿਖਿਆਂ ਵਿੱਚੋਂ ਭਾਰਤੀ ਸੰਵਿਧਾਨ ਦੇ ਕਿਹੜੇ ਅਨੁਛੇਦ ਭਾਰਤ ਦੀ ਨਾਗਰਿਕਤਾ ਨਾਲ ਸੰਬੰਧਿਤ ਹਨ? ਹਾਂਜੀ, ਭਾਰਤੀ ਸੰਵਿਧਾਨ ਦੇ ਕਿਹੜੇ ਅਨੁਛੇਦ ਆ ਜਿਹੜੇ ਭਾਰਤ ਦੀ ਨਾਗਰਿਕਤਾ ਨਾਲ ਸੰਬੰਧਿਤ ਆ? ਆਰਟੀਕਲ 5 ਤੋਂ 11 ਭਾਗ 2 ਦੇ ਵਿੱਚ ਸਾਨੂੰ ਨਾਗਰਿਕਤਾ ਮਿਲਦੀ ਆ ਨਾ, ਨਾਗਰਿਕਤਾ ਨਾਲ ਸੰਬੰਧਿਤ ਆ ਭਾਗ 2। ਕਿਹਦੇ ਨਾਲ ਸੰਬੰਧਿਤ ਆ? ਨਾਗਰਿਕਤਾ ਨਾਲ ਸੰਬੰਧਿਤ ਆ ਭਾਗ 2। ਠੀਕ ਹੈ, ਤੇ ਭਾਗ 2 ਦੇ ਵਿੱਚ ਕਿਹੜੇ ਆਰਟੀਕਲ ਆਉਂਦੇ ਆ? 5 ਤੋਂ 11। 5 ਤੋਂ 11 ਆਰਟੀਕਲ ਆਉਂਦੇ ਆ ਭਾਗ 2 ਦੇ ਵਿੱਚ। 5ਵਾਂ ਕੀ ਦੱਸਦਾ? ਭਾਰਤ ਦੀ ਨਾਗਰਿਕਤਾ ਸੰਬੰਧੀ ਜਾਣਕਾਰੀ ਮਿਲਦੀ ਹੈ ਆਰਟੀਕਲ 5 ਦੇ ਵਿੱਚ। ਤੇ ਆਰਟੀਕਲ 6 ਦੇ ਵਿੱਚ ਪਾਕਿਸਤਾਨ ਤੋਂ ਆਉਣ ਵਾਲਿਆਂ ਦੀ ਨਾਗਰਿਕਤਾ ਬਾਰੇ ਜਾਣਕਾਰੀ ਮਿਲਦੀ ਹੈ। ਆਰਟੀਕਲ 7 ਦੇ ਵਿੱਚ ਜਿਹੜੇ ਲੋਕ ਭਾਰਤ ਤੋਂ ਪਾਕਿਸਤਾਨ ਜਾਂਦੇ ਆ ਉਹਨਾਂ ਦੀ ਜਾਣਕਾਰੀ ਮਿਲਦੀ ਹੈ ਕਿ ਉਹਨਾਂ ਨੂੰ ਕਿਵੇਂ ਨਾਗਰਿਕਤਾ ਦੇਣੀ ਹੈ ਜਾਂ ਨਹੀਂ ਦੇਣੀ। ਠੀਕ ਹੈ, ਆਰਟੀਕਲ 8 ਦੇ ਵਿੱਚ ਭਾਰਤ ਵਿੱਚ ਜਨਮ ਹੋਇਆ ਹੋਵੇ ਪਰ ਰਹਿੰਦੇ ਵਿਦੇਸ਼ ਦੇ ਵਿੱਚ ਹੋਣ ਤਾਂ ਉਹਨਾਂ ਦੀ ਨਾਗਰਿਕਤਾ ਬਾਰੇ ਜਾਣਕਾਰੀ ਮਿਲਦੀ ਹੈ। ਆਰਟੀਕਲ 9 ਦੇ ਵਿੱਚ ਵਿਦੇਸ਼ੀ ਰਾਜ ਦੀ ਨਾਗਰਿਕਤਾ ਲੈਣ ਤੇ ਕੋਈ ਬੰਦਾ ਹੁਣ ਭਾਰਤ ਦਾ ਨਾਗਰਿਕ ਹੈ ਜਾਂ ਨਹੀਂ ਹੈ, ਜਿਹਨੇ ਵਿਦੇਸ਼ ਦੀ ਨਾਗਰਿਕਤਾ ਲੈ ਲਈ ਆ ਤਾਂ ਉਹ ਭਾਰਤ ਦਾ ਨਾਗਰਿਕ ਹੋਵੇਗਾ ਜਾਂ ਨਹੀਂ ਹੋਵੇਗਾ, ਇਸ ਦੀ ਜਾਣਕਾਰੀ ਮਿਲਦੀ ਆ ਆਰਟੀਕਲ 9 ਦੇ ਵਿੱਚ। ਆਰਟੀਕਲ 10 ਦੇ ਵਿੱਚ ਮਿਲਦਾ ਸਾਨੂੰ ਨਾਗਰਿਕਤਾ ਦੇ ਅਧਿਕਾਰਾਂ ਦੀ ਨਿਰੰਤਰਤਾ। ਠੀਕ ਹੈ, ਆਰਟੀਕਲ 11 ਦੇ ਵਿੱਚ ਨਾਗਰਿਕਾਂ ਦੇ ਅਧਿਕਾਰਾਂ ਨੂੰ ਨਿਯਮਤ ਕਰਨ ਲਈ ਸੰਸਦ ਦੁਆਰਾ ਬਣਾਏ ਜਾਣ ਵਾਲੇ ਕਾਨੂੰਨਾਂ ਦੀ ਜਾਣਕਾਰੀ ਮਿਲਦੀ ਆ। ਇਹ ਹੁਣ ਤੁਸੀਂ ਯਾਦ ਰੱਖਣਾ, ਆਪਸ਼ਨ ਸੀ ਇਸ ਦਾ ਰਾਈਟ ਆਨਸਰ ਹੈ। ਅਗਲਾ ਪ੍ਰਸ਼ਨ, ਕੈਬਨਿਟ ਮਿਸ਼ਨ ਯੋਜਨਾ ਦੇ ਅਧੀਨ ਬਣਾਈ ਗਈ ਸੰਵਿਧਾਨ ਸਭਾ ਦੇ ਮੈਂਬਰਾਂ ਦੀ ਗਿਣਤੀ ਕਿੰਨੀ ਸੀ? ਹਾਂਜੀ, ਜਦੋਂ ਕੈਬਨਿਟ ਮਿਸ਼ਨ ਦੀ ਯੋਜਨਾ ਬਣਾਈ ਗਈ ਸੀ, ਠੀਕ ਹੈ, ਤਾਂ ਕੈਬਨਿਟ ਮਿਸ਼ਨ ਜਦੋਂ ਬਣਾਇਆ, ਕੈਬਨਿਟ ਮਿਸ਼ਨ 1946 ਦੇ ਵਿੱਚ ਭਾਰਤ ਆਇਆ ਸੀ, ਜਿਸ ਸਮੇਂ ਇੰਡਾਇਰੈਕਟ ਇਲੈਕਸ਼ਨਸ ਹੋਈਆਂ ਸੀਗੀਆਂ, ਜੋ ਮੈਂਬਰ ਚੁਣੇ ਗਏ ਸੀ ਉਹਨਾਂ ਦੀ ਗਿਣਤੀ ਸੀ 399। ਤੇ ਉਸ ਤੋਂ ਬਾਅਦ ਜਿਵੇਂ ਕਿ ਤੁਹਾਨੂੰ ਪਤਾ ਹੀ ਤਾਂ 1946 ਦੇ ਵਿੱਚ ਬਣੀ ਸੀ ਕੈਬਨਿਟ ਮਿਸ਼ਨ। ਠੀਕ ਹੈ, ਤਾਂ 399 ਮੈਂਬਰ ਸੀ। ਠੀਕ ਹੈ, ਪਰ ਉਸ ਤੋਂ ਬਾਅਦ ਬੰਗਲਾਦੇਸ਼ ਅਤੇ ਪਾਕਿਸਤਾਨ ਦੀ ਵੰਡ ਹੋਈ, ਜੋ ਉਹਨਾਂ ਦੇ ਮੈਂਬਰ ਸੀ ਉਧਰ ਹੀ ਚਲੇ ਗਏ, ਤਾਂ ਫਿਰ ਸਾਡੇ ਕੋਲੇ ਜਿਹੜੇ ਮੈਂਬਰ ਰਹਿ ਗਏ ਸੀ ਉਹ ਰਹੇ ਸੀ ਜੀ 299।
ਹੁਣ ਜਿਵੇਂ ਕਿ ਤੁਹਾਨੂੰ ਪਤਾ ਭਾਰਤੀ ਸੰਵਿਧਾਨ ਨੂੰ ਲਿਖਣ ਲਈ ਤਾਂ ਲਗਭਗ 3 ਸਾਲ ਲੱਗ ਗਏ ਸੀ, 2 ਸਾਲ 11 ਮਹੀਨੇ 18 ਦਿਨ ਲੱਗੇ ਸੀ, ਲਗਭਗ 3 ਸਾਲ। ਠੀਕ ਹੈ, ਤਾਂ ਭਾਰਤੀ ਸੰਵਿਧਾਨ ਨੂੰ ਲਿਖਣ ਲਈ ਜਦੋਂ ਇੰਨਾ ਟਾਈਮ ਲੱਗਿਆ, ਅੱਧਿਆਂ ਦੇ ਵਿੱਚੋਂ ਉਸ ਟਾਈਮ ਤੱਕ ਡੈਥ ਹੋ ਗਈ। ਜਦੋਂ ਸੰਵਿਧਾਨ ਤੇ ਸਾਈਨ ਕਰਨ ਦੀ ਵਾਰੀ ਆਈ ਤਾਂ ਹੁਣ ਐਟ ਪ੍ਰੈਜ਼ੈਂਟ ਸੰਵਿਧਾਨ ਤੇ ਸਾਈਨ ਕਿੰਨੇ ਲੋਕਾਂ ਦੇ ਕੀਤੇ ਹੋਏ ਆ? 299 ਲੋਕਾਂ ਦੇ ਕੀਤੇ ਹੋਏ ਆ, ਜਿਨ੍ਹਾਂ ਦੇ ਵਿੱਚੋਂ 15 ਔਰਤਾਂ ਨੇ। ਠੀਕ ਹੈ, ਇਸ ਗੱਲ ਦਾ ਹੁਣ ਤੁਸੀਂ ਧਿਆਨ ਰੱਖਿਓ ਕਿ ਸੰਵਿਧਾਨ ਤੇ ਕਿੰਨੇ ਲੋਕਾਂ ਦੇ ਦਸਤਖਤ ਆ? 299 ਲੋਕਾਂ ਦੇ। ਅਗਲਾ ਪ੍ਰਸ਼ਨ ਆ ਜੀ, ਹੁਣ ਸਾਡਾ ਪੋਰਸ਼ਨ ਸ਼ੁਰੂ ਹੋਇਆ ਹੈ ਰੀਜ਼ਨਿੰਗ ਦਾ। ਦੇਖੋ ਤੁਹਾਨੂੰ ਪਹਿਲਾਂ ਸਭ ਤੋਂ ਪਹਿਲਾਂ ਤੁਹਾਡਾ ਜਿਹੜਾ ਇਹ ਹੈ ਨੰਬਰ ਸੀਰੀਜ਼ ਦੇ ਵਿੱਚੋਂ MCQ ਆ 5 10 13 26। ਠੀਕ ਹੈ, ਆ ਬਾਈ ਮਿਸਟੇਕ 26 2 ਵਾਰ ਹੋ ਗਿਆ, ਇੱਥੇ 29 ਆ। 5 ਤੋਂ ਬਾਅਦ 10, 5 ਦੂਣੀ 10, 13 ਦੂਣਾ 26, ਮਤਲਬ 2 ਨਾਲ ਗੁਣਾ ਹੋ ਰਹੀ ਹੈ। ਜਦੋਂ ਅਸੀਂ ਇਹਨੂੰ ਪੜ੍ਹ ਰਹੇ ਹਾਂ ਤਾਂ ਪਤਾ ਲੱਗ ਰਿਹਾ ਵਾ। ਠੀਕ ਹੈ, 5 ਦੂਣੀ 10, 13 ਦੂਣਾ 26, 29 ਦੂਣਾ 58। ਸੇਮ ਉਸੇ ਤਰ੍ਹਾਂ ਅਸੀਂ 61 ਨੂੰ 2 ਨਾਲ ਗੁਣਾ ਕਰ ਦੇਵਾਂਗੇ। 61 ਨੂੰ 2 ਨਾਲ ਗੁਣਾ ਕੀਤੇ 1 ਦੂਣੀ ਦੂਣੀ 6 ਦੂਣੀ 12, ਤਾਂ ਆਨਸਰ ਆ ਗਿਆ 122। ਆਪਸ਼ਨ ਏ ਇੱਥੇ ਰਾਈਟ ਆਨਸਰ ਹੈ। ਆਪਾਂ ਲਿੰਕ ਦੇਖਣਾ ਹੁੰਦਾ ਨਾ ਕਿ ਜੋ ਦੂਜਾ ਸਿਰੇ ਜੋ ਸਾਡੀ ਲੜੀ ਆ ਕੰਪਲੀਟ ਹੋ ਰਹੀ ਆ, ਤਾਂ ਉਸੇ ਤਰ੍ਹਾਂ ਅਗਲਾ ਵਰਡ ਵੀ ਅਸੀਂ ਉਹੀ ਪ੍ਰੋਸੈਸ ਲਾ ਕੇ ਕੰਪਲੀਟ ਕਰਨਾ। ਜੋ ਨਹੀਂ ਲੱਗ ਰਿਹਾ ਉਹਦੇ ਤੇ ਆਪਸ਼ਨ ਨਹੀਂ ਮਿਲ ਰਹੀ, ਮਤਲਬ ਕੋਈ ਹੋਰ ਢੰਗ ਲੱਗ ਰਿਹਾ, ਤਾਂ ਉਹ ਲਗਾਓ। ਠੀਕ ਹੈ, ਫਿਰ ਸੋਚਣਾ ਪੈਂਦਾ। ਸਭ ਤੋਂ ਪਹਿਲਾਂ ਡਿਫਰੈਂਸ ਦੇਖ ਲੈਣਾ, ਡਿਫਰੈਂਸ ਨਾਲ ਮੋਸਟਲੀ ਹੋ ਜਾਂਦੇ ਐਗਜ਼ਾਮ ਦੇ ਵਿੱਚ ਸਮ। ਅੱਗੇ ਹੇਠ ਲਿਖੀ ਲੜੀ ਵਿੱਚ ਅੰਕ 5 ਕਿੰਨੀ ਵਾਰ ਆਉਂਦਾ ਹੈ? ਹਾਂਜੀ, ਅੰਕ ਆ 5, ਯਾਨੀ ਕਿ 5 ਕਿੰਨੀ ਵਾਰ ਆਉਂਦਾ ਹੈ ਇਹ ਦੇਖਣਾ ਹੈ। ਪਰ ਕੰਡੀਸ਼ਨ ਕੀ ਦਿੱਤੀ ਆ ਕਿ ਤੁਸੀਂ ਉਹੀ 5 ਦੇਖਣਾ ਜਿਹਦੇ ਤੋਂ ਪਹਿਲਾਂ 1 ਆਉਂਦਾ ਹੋਵੇ ਤੇ ਬਾਅਦ ਵਿੱਚ 6 ਆਉਂਦਾ ਹੋਵੇ। ਮਤਲਬ ਤੁਸੀਂ 156 ਦੇਖ ਲਓ ਲੜੀ ਦੇ ਵਿੱਚ ਕਿੰਨੇ ਵਾਰ ਪਿਆ ਵਾ। 156 ਦੀ ਜੇ ਅਸੀਂ ਗੱਲ ਕਰੀਏ ਤਾਂ ਇਹ ਹੈ ਜੀ 156 ਆ ਪਿਆ ਇੱਕ ਵਾਰ। ਹੋਰ ਦੇਖੋ, ਲੱਭੋ, ਹੋਰ ਤਾਂ ਹੈ ਹੀ ਨਹੀਂ। ਤਾਂ ਅੰਕ 5 ਤਾਂ ਬਥੇਰੀ ਵਾਰ ਆਉਂਦਾ ਵਾ। ਠੀਕ ਹੈ, ਬਹੁਤ ਵਾਰ ਆ ਰਿਹਾ ਹੈ, ਪਰ ਉਹ ਵਾਲਾ ਅੰਕ 5 ਇੱਕ ਵਾਰੀ ਆ ਰਿਹਾ ਜਿਹਦੇ ਵਿੱਚ ਪਹਿਲਾਂ 1 ਆਉਂਦਾ ਬਾਅਦ ਵਿੱਚ 6 ਆਉਂਦਾ। ਤਾਂ ਰਾਈਟ ਆਨਸਰ ਕੀ ਹੋਵੇਗਾ? ਆਪਸ਼ਨ 1। ਠੀਕ ਹੈ, ਆਰਡਰ ਐਂਡ ਰੈਂਕਿੰਗ ਦੇ ਵਿੱਚੋਂ ਆਇਆ ਇਹ ਸਮ। ਇਹ ਮੈਂ ਤੁਹਾਨੂੰ ਅਲੱਗ ਤੋਂ ਟੌਪਿਕ ਕਰਵਾ ਚੁੱਕੀ ਹਾਂ, ਤੁਸੀਂ ਵੀਡੀਓ ਨੂੰ ਜ਼ਰੂਰ ਦੇਖਣਾ ਹੈ। ਅਗਲਾ ਪ੍ਰਸ਼ਨ ਆ, ਹਾਂਜੀ, ਅੱਗੇ ਤੁਹਾਨੂੰ ਸਟੇਟਮੈਂਟ ਐਂਡ ਕਨਕਲੂਜਨ ਦੇ ਵਿੱਚੋਂ ਆਇਆ। ਇਹ ਟੌਪਿਕ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਆ। ਜੇਕਰ ਤੁਸੀਂ ਇੱਕ ਵਾਰ ਕਨਸੈਪਟ ਸਿੱਖ ਲੈਂਦੇ ਹੋ ਤਾਂ ਤੁਸੀਂ ਪੂਰੀ ਜ਼ਿੰਦਗੀ ਨਹੀਂ ਭੁੱਲੋਗੇ। ਤਾਂ ਇਹਨੂੰ ਤੁਸੀਂ ਮੇਰੀਆਂ ਵੀਡੀਓਜ਼ ਤੋਂ ਦੇਖ ਸਕਦੇ ਹੋ, ਕਥਨ ਐਂਡ ਸਿੱਟੇ ਤੋਂ। ਠੀਕ ਹੈ, ਸਟੇਟਮੈਂਟ ਤੁਹਾਨੂੰ ਦਿੱਤੀ ਹੋਈ ਆ, ਸਾਰੇ ਮੇਜ਼ ਕੱਪ ਹਨ। ਹੁਣ ਆ ਮੇਜ਼ ਪਏ ਆ। ਠੀਕ ਹੈ, ਕੀ ਪਏ ਆ? ਮੇਜ਼। ਮੈਂ ਲਿਖਤਾ ਮੇਜ਼, ਮੰਮਾ ਪਾਤਾ ਵਿੱਚ। ਇਹ ਮੇਜ਼ ਪਏ ਆ, ਇਹ ਸਾਰੇ ਕੀ ਨੇ? ਸਾਰੇ। ਤਾਂ ਮੈਂ ਸਾਰੇ ਕਰਤੇ ਕੀ ਨੇ? ਸਾਰੇ ਕੱਪ ਕੀ ਨੇ? ਸਾਰੇ ਮੇਜ਼ ਕੱਪ ਹਨ। ਤਾਂ ਇਹ ਸਾਰੇ ਮੇਜ਼ ਕੀ ਆ? ਕੱਪ ਆ। ਤਾਂ ਸਾਰੇ ਮੇਜ਼ ਕੱਪ ਆ, ਮੈਂ ਉਹ ਵੀ ਬਣਾਤਾ। ਅੱਗੇ ਉਹਨੇ ਬੋਲਿਆ ਕੁਝ ਕੱਪ ਕੁਰਸੀਆਂ ਹਨ। ਇਹਨਾਂ ਦੇ ਵਿੱਚੋਂ ਕੁਝ ਕੱਪ ਕੀ ਆ? ਕੁਰਸੀਆਂ ਨੇ। ਤਾਂ ਮੈਂ ਆ ਬਣਾਤਾ, ਕਿਉਂਕਿ ਆ ਜਿਹੜੀਆਂ ਪਏ ਨੇ ਆ, ਠੀਕ ਹੈ, ਕੁਝ ਇਹ ਕੀ ਆ? ਕੁਰਸੀਆਂ ਨੇ। ਤਾਂ ਮੈਂ ਸਟਰਕਚਰ ਕ੍ਰੀਏਟ ਕਰਤਾ। ਹੁਣ ਆਪਾਂ ਇਹ ਸਟਰਕਚਰ ਤੇ ਦੇਖਦੇ ਹਾਂ ਕਿ ਸਿੱਟਾ ਕੀ ਨਿਕਲਦਾ, ਇਹ ਸਟਰਕਚਰ ਕ੍ਰੀਏਟ ਕਰਨ ਦੇ ਨਤੀਜੇ ਕੀ ਨਿਕਲਦੇ ਆ। ਹਾਂਜੀ, ਸਿੱਟਾ 1 ਆ, ਕੁਝ ਮੇਜ਼ ਕੁਰਸੀਆਂ ਹਨ। ਕੁਰਸੀਆਂ ਪਈਆਂ ਤੁਹਾਡੇ ਕੋਲੇ ਇਹ, ਠੀਕ ਹੈ, ਤੇ ਮੇਜ਼ ਪਈ ਆ ਇਹ। ਕੋਈ ਵੀ ਰਿਲੇਸ਼ਨ ਹੈਗਾ ਤਾਂ ਕਿੰਨੀ ਦੂਰ ਪਏ ਆ? ਠੀਕ ਹੈ, ਨਹੀਂਗਾ। ਮਤਲਬ ਕੁਝ ਮੇਜ਼ ਕੁਰਸੀਆਂ ਹਨ, ਨਹੀਂ ਹਨ, ਇਸ ਸਟਰਕਚਰ ਤੋਂ ਤਾਂ ਨਹੀਂ ਹਨ। ਅੱਗੇ ਕੁਝ ਕੁਰਸੀਆਂ ਮੇਜ਼ ਹਨ। ਜਦ ਕੁਝ ਮੇਜ਼ ਕੁਰਸੀਆਂ ਹੀ ਨਹੀਂ ਗਏ ਤਾਂ ਕੁਝ ਕੁਰਸੀਆਂ ਕਿਵੇਂ ਮੇਜ਼ ਹੋਣਗੀਆਂ? ਕਿਉਂਕਿ ਜੇ ਮੇਰੇ ਕੋਲ ਹੁੰਦਾ ਨਾ ਕੁਝ ਮੇਜ਼ ਕੁਰਸੀਆਂ ਹਨ, ਤਾਂ ਇਹਦਾ ਮਤਲਬ ਜੇ ਕੁਝ ਮੇਜ਼ ਕੁਰਸੀਆਂ ਨੇ ਤਾਂ ਕੁਝ ਕੁਰਸੀਆਂ ਵੀ ਮੇਜ਼ ਹੋਣੀਆਂ ਸੀ। ਜਦ ਕੁਝ ਮੇਜ਼ ਹੀ ਕੁਰਸੀਆਂ ਨਹੀਂ ਗਏ ਤਾਂ ਕੁਰਸੀਆਂ ਮੇਜ਼ ਕਿਵੇਂ ਹੋਣਗੀਆਂ? ਠੀਕ ਹੈ, ਦੇਖ ਲਓ ਤੁਸੀਂ, ਇੱਥੋਂ ਆਪ ਹੀ ਪਤਾ ਲੱਗ ਰਿਹਾ ਕਿ ਰਿਲੇਸ਼ਨ ਬਣ ਹੀ ਨਹੀਂ ਰਿਹਾਗਾ। ਤਾਂ ਅਸੀਂ ਕੀ ਕਹਿ ਦੇਵਾਂਗੇ ਕਿ ਦੂਸਰਾ ਵੀ ਗਲਤ ਆ। ਮਤਲਬ ਨਾ ਤਾਂ ਨਤੀਜਾ 1 ਨਿਕਲਿਆ, ਨਾ ਨਤੀਜਾ 2 ਨਿਕਲਿਆ। ਤਾਂ ਅਸੀਂ ਰਾਈਟ ਆਨਸਰ ਲਗਾ ਦਿੰਨੇ ਆ ਜੋ ਵੀ ਆਪਸ਼ਨ 'ਚ ਦਿੱਤਾ ਹੋਇਆ, ਨਾ 1 ਤੇ ਨਾ 2 ਕਿਹਦੇ ਵਿੱਚ? ਆਪਸ਼ਨ ਡੀ 'ਚ। ਠੀਕ ਹੈ, ਅਗਲਾ ਪ੍ਰਸ਼ਨ। ਹਾਂਜੀ, ਅੱਗੇ ਦੇਖੋ, ਸਟਰਕਚਰ ਤੁਹਾਨੂੰ ਪਤਾ ਹੈ ਮੈਂ ਨਹੀਂ ਕ੍ਰੀਏਟ ਕਰ ਸਕੀ, ਤਾਂ ਇਸ ਕਰਕੇ ਮੈਂ ਆਪਣੀ ਜੋ ਮੌਕ ਟੈਸਟ ਅਕੈਡਮੀ ਦੇ ਵਿੱਚ ਹੁੰਦੇ ਆ, ਜਿਵੇਂ ਕਿ ਵੀਕਲੀ ਮੌਕ ਟੈਸਟ ਲਏ ਜਾਂਦੇ ਆ ਅਕੈਡਮੀ ਦੇ ਵਿੱਚ, ਤੁਹਾਨੂੰ ਪਤਾ ਹੈ ਸੈਂਟਰ ਦੇ ਵਿੱਚ ਜਿਹੜੇ ਸਟੂਡੈਂਟਸ ਚਲੋ ਤਾਂ ਉਹਨਾਂ ਦੇ ਜੋ ਪਹਿਲਾਂ ਮੈਂ ਉਹਨਾਂ ਲਈ ਨੋਟਸ ਤਿਆਰ ਕਰਦੀ ਹਾਂ, ਮੌਕ ਟੈਸਟ ਬਣਾਇਆ ਜਾਂਦਾ ਹੈ, ਫਿਰ ਉਸ ਤੋਂ ਬਾਅਦ ਤੁਹਾਡੇ ਲਈ ਤਿਆਰ ਕੀਤਾ ਜਾਂਦਾ ਹੈ। ਮੈਂ ਇਸੇ ਲਈ ਕਹਿੰਦੀ ਹੁੰਦੀ ਹਾਂ ਕਿ ਮੇਰਾ ਕੋਈ ਵੀ ਵੀਡੀਓ ਆ ਜਿਹੜੀ ਪੇਡ ਨਹੀਂ ਚੱਲ ਰਹੀਗੀ। ਠੀਕ ਹੈ, ਬਿਲਕੁਲ ਫ੍ਰੀ ਤੁਹਾਨੂੰ ਪੂਰੀ ਤਿਆਰੀ ਕਰਵਾਈ ਜਾਂਦੀ ਹੈ, ਜਿਵੇਂ ਅਕੈਡਮੀ ਦੇ ਵਿੱਚ ਮੈਂ ਕਰਵਾਉਣੀ ਆ। ਠੀਕ ਹੈ,
ਤਾਂ ਜੋ ਹਰੇਕ ਸਟੂਡੈਂਟ ਆਪਣਾ ਚੰਗੀ ਤਰ੍ਹਾਂ ਪੜ੍ਹ ਕੇ ਪੇਪਰ ਦੇ ਸਕਣ। ਆਪਸ਼ਨ ਵੀ ਤੁਹਾਡੇ ਸਾਹਮਣੇ ਨੇ ਤੇ ਡਾਇਗਰਾਮ ਵੀ ਤੁਹਾਡੇ ਸਾਹਮਣੇ ਆ। ਇਸ ਡਾਇਗਰਾਮ ਦੇ ਵਿੱਚ ਅਸੀਂ ਕੀ ਕਰਨਾ, ਕੰਪਲੀਟ ਦਾ ਪੈਟਰਨ ਤੁਸੀਂ ਸੁਣਿਆ ਹੋਣਾ ਕਿ ਜੋ ਤੁਹਾਨੂੰ ਡਾਇਗਰਾਮ ਦਿੱਤੀ ਹੋਈ ਆ ਉਹਨੂੰ ਪੂਰਾ ਕਰੋ। ਤਾਂ ਤੁਸੀਂ ਇਹਦੇ ਵਿੱਚ ਦੇਖ ਸਕਦੇ ਹੋ ਇੱਕ ਪੈਟਰਨ, ਇੱਕ ਡਿਜ਼ਾਈਨ ਬਣਿਆ ਹੋਇਆ ਹੈ। ਡਿਜ਼ਾਈਨ ਦੇ ਵਿੱਚ ਕੀ ਆ ਕਿ ਇੱਕ ਸਰਕਲ ਬਣਿਆ ਹੋਇਆ ਹੈ ਦਿਸ, ਠੀਕ ਹੈ। ਇਹ ਪੂਰਾ ਅੱਧਾ ਫਿਲ ਆ ਤੇ ਅੱਧਾ ਕੀ ਆ ਅਨਫਿਲ ਆ। ਇਹ ਰੋਟੇਟ ਹੋ ਰਿਹਾ ਵਾ, ਜਾਂ ਕਹਿ ਲਓ ਗੇਂਦ ਆ ਇਹ ਰੋਟੇਟ ਹੋ ਰਹੀ ਆ। ਪਹਿਲਾਂ ਇਹ ਇਸ ਟਾਈਮ ਪਈ ਸੀ, ਜਿਵੇਂ ਹੀ ਇਹਨੂੰ ਮੈਂ ਕਲੌਕਵਾਈਜ਼, ਜਿਵੇਂ ਘੜੀ ਦੀ ਸੂਈ ਚੱਲਦੀ ਆ ਉਸ ਤਰ੍ਹਾਂ ਇਹਨੂੰ ਮੈਂ ਰੋਟੇਟ ਕੀਤਾ ਤਾਂ ਇਹਦਾ ਜਿਹੜਾ ਪਾਣੀ ਆ ਉਹ ਹੇਠਾਂ ਆ ਗਿਆ, ਠੀਕ ਹੈ। ਇਹੀ ਕਹਿ ਸਕਦੇ ਆ ਪਾਣੀ ਹੇਠਾਂ ਆ ਗਿਆ, ਠੀਕ ਹੈ। ਉਸ ਤੋਂ ਬਾਅਦ ਫਿਰ ਜਿਵੇਂ ਘੜੀ ਦੀ ਸੂਈ ਚੱਲਦੀ ਆ, ਮੈਂ ਬੋਲ ਰਹੀ ਹਾਂ ਨਾ ਘੜੀ ਦੀ ਸੂਈ ਇਸ ਤਰ੍ਹਾਂ ਹੀ ਚੱਲਦੀ ਆ। ਫਿਰ ਇਸ ਤੋਂ ਬਾਅਦ ਇਹ ਆ ਗਿਆ ਇੱਧਰ, ਜਿਵੇਂ ਹੀ ਪਾਣੀ ਹੇਠਾਂ ਤੋਂ ਇੱਧਰ ਹੋਇਆ, ਮਤਲਬ ਕਿ ਘੜੀ ਦੀ ਸੂਈ ਵਾਂਗ ਚੱਲ ਰਿਹਾ ਇਹ, ਤਾਂ ਇਹਦੇ ਵਿੱਚ ਜਿਹੜਾ ਡਾਰਕ ਕਲਰ ਸੀਗਾ ਉਹ ਇਸ ਸਾਈਡ ਆ ਗਿਆ, ਯਾਨੀ ਕਿ ਲੈਫਟ ਹੈਂਡ ਸਾਈਡ ਉਹਦਾ ਫੇਸ ਹੋ ਗਿਆ। ਤਾਂ ਇਹ ਦੇਖ ਲਓ ਕਿਹੜੀ ਆਪਸ਼ਨ 'ਚ ਪਿਆ। ਅਸੀਂ ਇੱਥੇ ਹੀ ਤਾਂ ਪਤਾ ਕਰਨਾ ਸੀ ਨਾ ਕੀ ਆ ਇਹ, ਤਾਂ ਇੱਥੇ ਪਤਾ ਕਰਨ ਦੇ ਲਈ ਆਪਸ਼ਨ ਅਸੀਂ A ਲਗਾਵਾਂਗੇ ਕਿ ਆਪਸ਼ਨ A ਰਾਈਟ ਆ, ਠੀਕ ਹੈ। ਅਗਲਾ ਪ੍ਰਸ਼ਨ ਆ, ਇਹਨਾਂ ਦੇ ਵਿੱਚੋਂ ਕਿਹੜਾ ਸੰਬੰਧ ਸਹੀ ਦਰਸਾ ਰਿਹਾ ਵਾ। ਹਾਂਜੀ, ਕਿਹੜਾ ਸਹੀ ਸੰਬੰਧ ਦਰਸਾ ਰਿਹਾ ਵਾ ਦੇਖ ਲਓ। ਪਹਿਲਾਂ ਲਿਖਿਆ ਕੀ ਆ, ਭਾਰਤ ਲਿਖਿਆ। ਭਾਰਤ ਕੀ ਆ, ਇੱਕ ਦੇਸ਼ ਆ। ਉਸ ਤੋਂ ਬਾਅਦ ਬਿਹਾਰ ਲਿਖਿਆ। ਬਿਹਾਰ ਭਾਰਤ ਦਾ ਇੱਕ ਛੋਟਾ ਜਿਹਾ ਕੋਈ ਰਾਜ ਆ ਜਿਹੜਾ ਵਿੱਚ ਪਿਆ ਵਾ। ਭਾਰਤ ਦੇ ਮੈਂ ਬਣਾਤਾ, ਐਵੇਂ ਭਾਰਤ ਬਣਾਇਆ, ਠੀਕ ਹੈ। ਫਿਰ ਭਾਰਤ ਦਾ ਰਾਜ ਆ ਤਾਂ ਭਾਰਤ ਦੇ ਵਿੱਚ ਹੀ ਹੋਊਗਾ, ਬਾਹਰ ਤਾਂ ਨਹੀਂ ਹੋਊਗਾ। ਫਿਰ ਯੂਪੀ ਯਾਨੀ ਕਿ ਉੱਤਰ ਪ੍ਰਦੇਸ਼ ਵੀ ਭਾਰਤ ਦਾ ਰਾਜ ਆ। ਤਾਂ ਇਹ ਸਟਰਕਚਰ ਸਹੀ ਬਣ ਰਿਹਾ ਨਾ, ਤਾਂ ਆਪਸ਼ਨ ਸੀ ਇੱਥੇ ਰਾਈਟ ਹੋਊਗੀ ਕਿ ਇਹਨਾਂ ਦੇ ਵਿੱਚੋਂ ਕਿਹੜਾ ਸੰਬੰਧ ਸਹੀ ਆ, ਆਪਸ਼ਨ ਸੀ। ਅੱਗੇ ਆ ਜੀ, A ਪਤਨੀ ਹੈ B ਦੀ। ਹਾਂਜੀ, A ਪਤਨੀ ਹੈ B ਦੀ। ਤੁਸੀਂ ਆਪਣਾ ਤੁਹਾਡਾ ਮੌਕ ਟੈਸਟ ਹੋ ਰਿਹਾ ਹੈ ਤਾਂ ਕਰ ਵੀ ਸਕਦੇ ਹੋ ਆਪਣੇ ਆਪ, ਠੀਕ ਹੈ। ਕਰੋ ਜਲਦੀ ਨਾਲ। ਤਾਂ A ਪਤਨੀ ਹੈ B ਦੀ, ਜਦੋਂ ਅਸੀਂ ਕੀਤਾ A ਪਤਨੀ ਹੈ B ਦੀ, ਆਪਾਂ ਕੀ ਕੀਤਾ, ਪਤੀ ਪਤਨੀ ਆ ਤਾਂ A ਐਰੋ ਡਿਨੋਟ ਨਾਲ ਕਰਤਾ A ਪਤਨੀ ਹੈ B ਦੀ। ਹੁਣ ਇਹ ਕੀ ਆ, ਪਤਨੀ ਆ, ਫੀਮੇਲ ਆ, ਮੈਂ ਮਾਈਨਸ ਨਾਲ ਡਿਨੋਟ ਕਰਤਾ। ਜੇ B ਪਤੀ ਆ ਤਾਂ ਮੇਲ ਆ, ਪਲੱਸ ਨਾਲ ਡਿਨੋਟ ਕਰਤਾ। ਫਿਰ ਅੱਗੇ B ਪਿਤਾ ਹੈ C ਦਾ। ਅੱਗੇ B ਦਾ ਪਿਤਾ C ਆ, B ਦਾ ਪਿਤਾ ਹੈ C, ਮਤਲਬ ਉੱਪਰ ਵਾਲੀ ਜਨਰੇਸ਼ਨ ਦੀ ਗੱਲ ਹੋ ਗਈ। B ਦਾ ਪਿਤਾ ਹੈ C, A ਕੀ ਹੋ ਗਈ, ਇਹਨਾਂ ਦੀ 9 ਹੋ ਗਈ, ਠੀਕ ਹੈ। ਪਤਾ ਲੱਗ ਰਿਹਾ ਨਾ ਇੱਥੋਂ। ਹੁਣ ਜੇ ਪਿਤਾ ਵਾ ਤਾਂ ਪਲੱਸ ਨਾਲ ਡਿਨੋਟ ਕਰਤਾ। ਅੱਗੇ C ਦੀ ਪਤਨੀ ਹੈ D, ਮਤਲਬ B ਦੀ ਮਾਂ ਵਾ ਕੌਣ, D ਆ, ਜਿਹੜੀ ਕਿ C ਦੀ ਕੀ ਆ, ਪਤਨੀ ਆ, ਇਸ ਕਰਕੇ ਐਰੋ ਨਾਲ ਡਿਨੋਟ ਕੀਤਾ ਵਾ, ਠੀਕ ਹੈ। ਤਾਂ ਮਾਈਨਸ ਨਾਲ ਡਿਨੋਟ ਕਰਤਾ ਪਤਨੀ ਆ। ਹੁਣ D ਦੀ ਇੱਕ ਧੀ ਵੀ ਆ, ਜਿਹੜੀ D ਦੀ ਧੀ ਆ, B ਦੀ ਮਾਂ ਵਾ ਨਾ D, ਜਿਹੜੀ D ਦੀ ਧੀ ਆ ਉਹ B ਦੀ ਕੀ ਹੋਈ, ਭੈਣ। B ਦੇ ਬਰਾਬਰ ਦੇ ਰਿਸ਼ਤਿਆਂ 'ਚ ਆ ਗਈ, ਭੈਣ ਹੋਈ, ਠੀਕ ਹੈ। ਤਾਂ D ਦੀ ਕੀ ਹੋਈ, ਭੈਣ ਹੋਈ। ਤਾਂ ਉਸ ਤੋਂ ਬਾਅਦ ਦੇਖੋ E ਦਾ ਚਾਚਾ ਹੈ F। ਹੁਣ E ਦਾ ਕੋਈ ਚਾਚਾ, ਉਹ B ਦਾ ਵੀ ਚਾਚਾ ਹੋਊਗਾ, A ਦਾ ਵੀ ਚਾਚਾ ਸਹੁਰਾ ਹੋਊਗਾ ਕਿਉਂਕਿ ਇਹ ਇਹਨਾਂ ਦੀ ਨੌਂ ਆ, ਠੀਕ ਹੈ। E ਦਾ ਚਾਚਾ ਕੌਣ ਆ, F, ਤਾਂ ਮੈਂ F ਬਣਾਤਾ ਉੱਪਰ ਕਿਉਂਕਿ ਉੱਪਰਲੀ ਜਨਰੇਸ਼ਨ ਹੋ ਗਈ। ਜੇ E ਦਾ ਚਾਚਾ ਵਾ ਤਾਂ E ਦੇ ਡੈਡੀ ਦਾ ਤਾਂ ਭਰਾ ਹੀ ਹੋਇਆ ਨਾ, ਭਰਾ ਹੀ ਹੋਇਆ, ਮੈਂ F ਨਾਲ ਡਿਨੋਟ ਕਰਤਾ। ਅੱਗੇ ਉਹਨੇ ਬੋਲਿਆ F ਦੀ ਪਤਨੀ ਹੈ G, ਮੈਂ ਇਸ ਐਰੋ ਨਾਲ ਡਿਨੋਟ ਕਰਤਾ, G ਲਿਖਤਾ, ਪਤਨੀ ਆ, ਮਾਈਨਸ ਪਾਤਾ, ਠੀਕ ਹੈ, G ਤੇ। ਹੁਣ ਦੇਖੋ G ਕੀ ਆ, ਪਤਨੀ ਆ। ਇੱਥੇ ਤੱਕ ਸਾਡਾ ਸਟਰਕਚਰ ਹੋ ਗਿਆ ਕ੍ਰੀਏਟ। ਹੁਣ ਉਹਨੇ ਬੋਲਿਆ A ਦਾ G ਨਾਲ ਕੀ ਰਿਸ਼ਤਾ ਹੈ। ਆ A ਪਈ ਆ ਨਾ, A ਇਹਨਾਂ ਦੀ ਨੌਂ ਆ, ਇਹਨਾਂ ਦੀ ਨੌਂ ਆ ਨਾ। ਇਹ ਦੇਖੋ ਤੁਸੀਂ ਆਪ ਧਿਆਨ ਨਾਲ, A ਕੀ ਆ, ਇਹਨਾਂ ਦੀ ਨੌਂ ਬਣ ਰਹੀ ਆ, ਇਹਨਾਂ ਦੀ ਨੌਂ ਆ। ਤਾਂ A ਦਾ ਇਸ G ਨਾਲ ਕੀ ਰਿਸ਼ਤਾ ਹੋਇਆ। ਹੁਣ ਇਹ C ਦੀ ਨੌਂ ਸੀ, C ਦਾ ਸਹੁਰਾ ਵਾ, F ਚਾਚਾ ਸਹੁਰਾ ਹੋ ਗਿਆ, F ਦੀ ਵਾਈਫ ਚਾਚੀ ਸੱਸ ਹੋ ਗਈ। ਤਾਂ A ਦਾ G ਨਾਲ ਕੀ ਰਿਸ਼ਤਾ ਹੋਇਆ, ਸੱਸ ਦਾ ਰਿਸ਼ਤਾ ਹੋਇਆ। ਤਾਂ ਆਪਸ਼ਨ D ਇਸ ਦਾ। ਵੈਸੇ ਤਾਂ 9 ਦਾ ਰਿਸ਼ਤਾ ਆਉਣਾ ਸੀ, ਆਪਸ਼ਨ ਤੇ ਡਿਪੈਂਡ ਕਰਦਾ, ਆਪਸ਼ਨ ਦੇ ਵਿੱਚ 9 ਨਹੀਂਗਾ ਕਿਉਂਕਿ A ਦਾ G ਨਾਲ ਪੁੱਛਿਆ ਨਾ ਕੀ ਰਿਸ਼ਤਾ ਵਾ, 9 ਦਾ ਰਿਸ਼ਤਾ ਵਾ। ਜੇ G ਦਾ A ਨਾਲ ਲਿਖਿਆ ਹੁੰਦਾ ਫਿਰ ਆਉਣਾ ਸੀ ਸੱਸ ਦਾ। ਹੁਣ ਇਹ ਇਸ ਤਰ੍ਹਾਂ ਹੀ ਐਗਜ਼ਾਮ ਦੇ ਵਿੱਚ ਆਇਆ ਤਾਂ ਮੈਂ ਤੁਹਾਨੂੰ ਦੱਸਣ ਦੇ ਲਈ ਕ੍ਰੀਏਟ ਕੀਤਾ ਵਾ ਇਹ ਸਾਰਾ ਸਟਰਕਚਰ ਕਿ ਤੁਸੀਂ ਕਿਸ ਢੰਗ ਨਾਲ ਇਹਨੂੰ ਸਮਝ ਕੇ ਕਰੋਗੇ। A ਦਾ G ਨਾਲ ਕੀ ਰਿਸ਼ਤਾ ਹੈ, A ਹੋਈ 9, ਜੇ G ਦਾ A ਨਾਲ ਹੁੰਦਾ ਫਿਰ ਸੱਸ ਆਉਣਾ ਸੀ। ਹੁਣ ਆਪਸ਼ਨ ਤੇ ਡਿਪੈਂਡ ਕਰਦਾ ਕਿ 9 ਮਿਲਿਆ ਹੀ ਨਹੀਂ ਤਾਂ ਸੱਸ ਲਗਾਉਂਗੀ, ਠੀਕ ਹੈ। ਅਗਲਾ ਪ੍ਰਸ਼ਨ ਆ ਜੀ, ਹੱਲ ਕਰੋ। ਹਾਂਜੀ, ਇਹਨਾਂ ਨੂੰ ਹੱਲ ਕਰਨਾ ਹੈ, ਠੀਕ ਹੈ। 9/13 ਗੁਣਾ ਪਲੱਸ ਪਾ ਕੇ 15/26, ਸਟਾਰ ਦਾ ਮਤਲਬ ਹੁੰਦਾ ਗੁਣਾ, ਠੀਕ ਹੈ, ਗੁਣਾ 39/75। ਇਹਨਾਂ ਨੂੰ ਉਹਨੇ ਬੋਲਿਆ ਹੱਲ ਕਰੋ, ਤਾਂ ਆਪਾਂ ਹੱਲ ਕਰਦੇ ਹਾਂ। ਹਾਂਜੀ, ਸਭ ਤੋਂ ਪਹਿਲਾਂ ਦੇਖੋ ਇਹ ਦੋਨੋਂ ਆਪਸ 'ਚ ਕੀ ਹੋ ਰਹੇ ਆ, ਗੁਣਾ ਹੋ ਰਹੇ ਆ। ਤਾਂ 15 × 15
ਉੱਪਰ ਵਾਲਾ ਹੇਠਾਂ ਵਾਲੇ ਨਾਲ ਡਿਵਾਈਡ ਕਰ ਦੂੰਗੀ 15 5 75 26 ਦੂਣਾ ਦੇਖੋ ਹੁਣ 13 ਦੂਣਾ 26 13 ਤੇ 39 ਠੀਕ ਹੈ ਤਾਂ ਇਹ ਕਿੰਨਾ ਬਣ ਗਿਆ ਤੁਹਾਡੇ ਕੋਲੇ 9/13 ਪਲੱਸ 1 ਤੀਆ 2 ਤੀਏ 5 ਦੂਣੀ 10 ਠੀਕ ਹੈ ਦੇਖੋ ਇਹੀ ਬਣਿਆ ਨਾ 9/13 ਪਲੱਸ 3/10 ਠੀਕ ਹੈ ਹੁਣ ਆਪਾਂ ਇਹਨੂੰ ਕਲੀਅਰ ਕਰਕੇ ਲਿਖ ਲੈਂਦੇ ਆ ਨਾਲ ਦੀ ਨਾਲ ਆਪਣੀ ਕਾਪੀ ਪੈਨ ਉਠਾ ਲਓ ਤਾਂ ਹੁਣ ਇਹ ਸਾਡੇ ਕੋਲੇ ਬਣ ਗਿਆ ਸੀ 9/10 ਹੁਣ ਦੇਖੋ ਇਸ ਤੋਂ ਬਾਅਦ ਅਸੀਂ ਲਵਾਂਗੇ ਐਲਸੀਐਮ ਹੋਊਗਾ ਇਹਨਾਂ ਦਾ 130 ਉੱਪਰ ਬਣ ਜਾਊਗਾ 90 ਐਲਸੀਐਮ ਲੈਣ ਤੋਂ ਬਾਅਦ ਤੇ ਇੱਧਰ ਬਣ ਜਾਊਗਾ 39 ਜਦੋਂ ਮੈਂ ਇਹਨੂੰ ਐਡ ਕਰੂੰਗੀ ਇਹ ਬਣ ਜਾਊਗਾ 129/130 ਤਾਂ 129/130 ਕਿਹੜੀ ਆਪਸ਼ਨ ਆ ਆਪਸ਼ਨ ਏ ਤਾਂ ਇਹੀ ਤੁਹਾਡਾ ਰਾਈਟ ਆਨਸਰ ਹੈ ਅਗਲਾ ਪ੍ਰਸ਼ਨ ਹੱਲ ਕਰੋ ਹਾਂਜੀ ਇਹਨਾਂ ਨੂੰ ਹੱਲ ਕਰਨਾ ਹੈ ਜਦੋਂ ਵੀ ਤੁਹਾਡੇ ਕੋਲ ਇਸ ਤਰ੍ਹਾਂ ਦੇ ਸਮ ਆਉਣ ਤਾਂ ਇੱਥੇ ਲੱਗਦਾ ਵਾ ਬੋਰਡ ਮਾਸ ਯਾਨੀ ਕਿ ਬ੍ਰੈਕਟ ਆਫ ਫਿਰ ਉਸ ਤੋਂ ਬਾਅਦ ਤੁਸੀਂ ਬ੍ਰੈਕਟ ਆਫ ਮਤਲਬ ਸਭ ਤੋਂ ਪਹਿਲਾਂ ਤੁਸੀਂ ਬ੍ਰੈਕਟ ਖਤਮ ਕਰਨੀ ਹੈ ਠੀਕ ਹੈ ਬ੍ਰੈਕਟ ਜਿਹੜੀ ਛੋਟੀ ਬ੍ਰੈਕਟ ਪਈ ਆ ਦੇਖੋ ਇਹ ਪਈ ਹੈ ਨਾ 4 - 3 ਇਹ ਕੀ ਹੋਊਗਾ 1 ਬਾਕੀ ਸਾਰਾ ਕੁਝ ਉਦਾਂ ਹੀ ਲਿਖ ਲਓ ਫਿਰ ਇਹਦੇ ਵਿੱਚ ਸਾਡੇ ਗਲਤੀ ਨਹੀਂ ਹੁੰਦੀ ਕਦੇ ਵੀ ਜਦੋਂ ਤੁਸੀਂ ਪਹਿਲਾਂ ਹੀ ਜਿਵੇਂ 5 ਤੇ 1 6 ਜੋੜ ਦੋਗੇ ਤਾਂ ਫਿਰ ਤੁਹਾਡੀ ਮਤਲਬ ਗਲਤੀ ਹੋਣ ਦੇ ਚਾਂਸ ਬਣ ਜਾਂਦੇ ਆ ਨਾ ਹੋ ਸਕਦਾ ਬ੍ਰੈਕਟ ਵੱਡੀਆਂ ਆਉਣ ਤਾਂ ਪਹਿਲਾਂ ਛੋਟੀ ਬ੍ਰੈਕਟ ਨੂੰ ਖਤਮ ਕਰੋ ਜਿਵੇਂ 4 - 3 ਕੀ ਹੋਊਗਾ 1 4 - 3 ਕੀ ਹੋਊਗਾ ਨਾ ਇਹ ਪਲੱਸ ਦਾ ਤੇ ਮਾਈਨਸ ਦਾ ਇਹ ਤਾਂ ਹੋ ਗਿਆ ਕੈਂਸਲ ਮਗਰ ਕੀ ਬਚ ਗਿਆ 4 - 5 ਹੁਣ ਦੇਖੋ ਪਲੱਸ ਮਾਈਨਸ ਕੀ ਹੁੰਦੇ ਆ ਮਾਈਨਸ ਹੁੰਦੇ ਆ ਪਲੱਸ ਮਾਈਨਸ ਹੁੰਦੇ ਆ ਦੈਟ ਮੀਨਸ ਇਹ ਮਾਈਨਸ ਹੋਣਗੇ ਜਦੋਂ ਮੈਂ ਇਹਨਾਂ ਨੂੰ ਮਾਈਨਸ ਕਰੂੰਗੀ 4 ਚੋਂ 1 5 ਚੋਂ 4 ਗਏ 1 ਸਾਈਨ ਕਿਹਦਾ ਲੱਗਣਾ ਵੱਡੇ ਦਾ ਵੱਡਾ 5 ਆ 5 ਮੂਰੇ ਮਾਈਨਸ ਆ ਤਾਂ 1 ਮੂਰੇ ਮਾਈਨਸ ਲੱਗ ਗਿਆ ਤਾਂ ਆਪਸ਼ਨ ਸੀ ਇੱਥੇ ਰਾਈਟ ਆਨਸਰ ਹੈ ਠੀਕ ਹੈ ਜੀ ਅਗਲਾ ਪ੍ਰਸ਼ਨ ਜੇਕਰ A/B 2/3 ਹੈ ਤੇ B/C 5/6 ਹੈ ਤਾਂ A/B/C ਪਤਾ ਕਰੋ ਹੁਣ ਦੇਖੋ A ਦੇ ਕੋਰਸਪੋਂਡਿੰਗ ਕੀ ਆ 2 ਆ ਠੀਕ ਹੈ B ਦੇ ਕੋਰਸਪੋਂਡਿੰਗ ਕੀ ਆ 3 ਆ ਤਾਂ ਮੈਂ ਲਿਖਤਾ ਹੇਠਾਂ ਅਗਲੀ ਲਾਈਨ 'ਚ ਲਿਖਣਾ ਨਾਲ ਨਹੀਂ ਲਿਖਣਾ ਧਿਆਨ ਦੇਣਾ ਅਗਲੀ ਲਾਈਨ 'ਚ ਇੱਥੋਂ ਛੱਡ ਦਿਓ ਅਗਲੀ ਲਾਈਨ 'ਚ ਚੱਲਦੇ ਆ B/C ਕਿੰਨਾ ਬਣ ਰਿਹਾ 5 ਯਾਨੀ ਕਿ B ਦੇ ਕੋਰਸਪੋਂਡਿੰਗ B ਹੈਗਾ 5 ਤੇ C ਇਹਦੇ ਕੋਰਸਪੋਂਡਿੰਗ ਹੈਗਾ 6 ਤਾਂ C ਦੇ ਹੇਠਾਂ ਲਿਖਤਾ ਮੈਂ 6 ਹੁਣ ਦੇਖੋ ਇਹਨੂੰ ਆਪਾਂ ਥੋੜਾ ਹੋਰ ਕਲੀਅਰ ਕਰਕੇ ਲਿਖ ਲੈਂਦੇ ਆ ਖਾਲੀ ਜਗ੍ਹਾ ਤੇ ਠੀਕ ਹੈ ਤਾਂ ਸਭ ਤੋਂ ਪਹਿਲਾਂ ਦੇਖੋ A V ਤੇ C 2 3 5 6 ਇਹੀ ਦੱਸਿਆ ਸੀ ਨਾ ਮੈਂ ਅੱਗੇ ਤੁਸੀਂ A/B/C ਪਤਾ ਕਰਨਾ ਤੇ ਉਹ ਪਤਾ ਕਰਨ ਦੇ ਲਈ ਇੱਕੋ ਇੱਕ ਕਨਸੈਪਟ ਆ ਕੀ ਆ ਕਿ A 2 ਆ B 3 ਆ ਹੁਣ ਇਹ ਤਾਂ ਖਾਲੀ ਸਪੇਸ ਪਈ ਆ ਤਾਂ ਇੱਥੇ ਵੀ ਮੈਂ ਕੁਝ ਭਰੂੰਗੀ ਇੱਥੇ ਤੁਸੀਂ ਉੱਪਰ ਹੇਠਾਂ ਵਾਲਾ ਨਹੀਂ ਕੁਝ ਭਰਨਾ ਹੁੰਦਾ ਤੁਸੀਂ ਭਰਨਾ ਜੋ ਨਾਲ ਪਿਆ ਲੈਫਟ ਰਾਈਟ ਵਾਲਾ ਤੇ ਇਹਦੀ ਲੈਫਟ 'ਚ ਪਿਆ 3 ਇਹਦੇ ਰਾਈਟ 'ਚ ਪਿਆ 5 ਠੀਕ ਹੈ ਉੱਪਰ ਵਾਲਾ ਨਹੀਂ ਭਰਨਾ ਫਿਰ ਗਲਤੀ ਹੋਊਗੀ ਇੱਕ ਗਵਾਂਢੀ ਮੈਥਡ ਬੋਲ ਦਿੰਨੇ ਆ ਸ਼ਾਰਟ ਟ੍ਰਿਕ ਆ ਇੱਕ ਉਸ ਤੋਂ ਬਾਅਦ ਅਸੀਂ A/B/C ਪਤਾ ਕਰਨਾ ਵਾ ਤਾਂ ਇਹ ਪਤਾ ਕਰਨ ਲਈ ਅਸੀਂ ਇਹਨਾਂ ਨੂੰ ਕਰ ਦੇਵਾਂਗੇ ਮਲਟੀਪਲਾਈ 5 ਦੂਣੀ 10 3 5 15 3 6 ਤੀਏ 18 ਇਹ ਚੈਪਟਰ ਮੈਂ ਤੁਹਾਨੂੰ ਅਲੱਗ ਤੋਂ ਕਵਰ ਕਰਵਾ ਚੁੱਕੀ ਹਾਂ ਰੇਸ਼ੋ ਐਂਡ ਪ੍ਰੋਪੋਰਸ਼ਨਲ ਤੁਸੀਂ ਉਹਦੇ ਵਿੱਚ ਜਾ ਕੇ ਕਵਰ ਕਰ ਸਕਦੇ ਹੋ ਮੈਂ ਟ੍ਰੈਡੀਸ਼ਨਲ ਮੈਥਡ ਵੀ ਕਰਵਾਈ ਆ ਸ਼ਾਰਟ ਟ੍ਰਿਕ ਵੀ ਕਰਵਾਈ ਆ ਤਾਂ ਇਹ ਆਪਸ਼ਨ ਉਸ ਤੋਂ ਬਾਅਦ ਤੁਸੀਂ ਦੇਖਣਾ ਹੁੰਦਾ ਕਿ ਇਹਨਾਂ ਦੇ ਵਿੱਚੋਂ ਕੋਈ ਵੀ ਨੰਬਰ ਕਿਸੇ ਸਾਂਝੇ ਪਹਾੜੇ 'ਚ ਆ ਰਿਹਾ ਜੇ ਆ ਰਿਹਾ ਤਾਂ ਇਹਨਾਂ ਨੂੰ ਕੱਟ ਕਰਕੇ ਫਿਰ ਤੁਸੀਂ ਆਪਸ਼ਨ ਲਗਾਓਗੇ ਹੁਣ ਇਹ ਨਹੀਂ ਆ ਰਿਹਾ ਠੀਕ ਹੈ ਦੇਖੋ 15 18 ਆ ਰਿਹਾ ਪਰ 3 ਦੇ ਪਹਾੜੇ 'ਚ ਪਰ 10 ਨਹੀਂ ਆ ਰਿਹਾ ਠੀਕ ਹੈ ਇਸ ਤਰ੍ਹਾਂ ਤੁਸੀਂ ਸਮਝ ਸਕਦੇ ਹੋ ਆਪਸ਼ਨ ਬੀ ਇਸ ਦਾ ਰਾਈਟ ਆਨਸਰ ਹੈ ਤਿੰਨੇ ਹੀ ਆਉਣੇ ਚਾਹੀਦੇ ਸਾਂਝੇ ਪਹਾੜੇ 'ਚ ਫਿਰ ਕੱਟ ਕਰ ਸਕਦੇ ਹੋ ਨਹੀਂ ਠੀਕ ਹੈ ਜੀ ਅਗਲਾ ਪ੍ਰਸ਼ਨ 5% ਕਮਿਸ਼ਨ ਕੱਟਣ ਤੋਂ ਬਾਅਦ ਇੱਕ ਟੀਵੀ ਦਾ ਮੁੱਲ 15,200 ਰੁਪਏ ਹੈ ਟੀਵੀ ਦਾ ਮੁੱਲ ਪਤਾ ਕਰੋ ਹਾਂਜੀ ਟੀਵੀ ਦਾ ਤੁਸੀਂ ਕੁੱਲ ਮੁੱਲ ਦੇਖਣਾ ਕਿ ਕਮਿਸ਼ਨ ਲਗਾ ਕੇ ਟੀਵੀ ਦਾ ਮੁੱਲ ਕਿੰਨਾ ਸੀ ਅਸੀਂ ਮੰਨ ਲੈਂਦੇ ਆ ਟੀਵੀ ਦਾ ਕੁੱਲ ਮੁੱਲ ਆ x ਹੁਣ ਜੇ ਟੀਵੀ ਦਾ ਕੁੱਲ ਮੁੱਲ x ਸੀ 5 ਰੁਪਏ ਕਮਿਸ਼ਨ ਵੀ ਤਾਂ ਇਹਦੇ ਤੋਂ ਹੀ ਕੱਟਿਆ ਗਿਆ ਨਾ ਆਫ ਲਗਾ ਦਿੰਨੀ ਆ ਆਫ ਦਾ ਮਤਲਬ ਹੁੰਦਾ ਗੁਣਾ ਇਸ ਕਰਕੇ ਮੈਂ ਗੁਣਾ ਪਾਤੀ ਹੁਣ 5 ਰੁਪਏ ਕਮਿਸ਼ਨ ਇਹਦਾ ਹੀ ਕੱਟਿਆ ਗਿਆ ਤਾਂ ਮੈਂ ਕੀ ਲਿਖੂੰਗੀ 5 ਰੁਪਏ ਜਦੋਂ ਕਮਿਸ਼ਨ ਕੱਟਿਆ ਗਿਆ ਟੋਟਲ ਪਰਸੈਂਟੇਜ ਹੁੰਦੀ ਹੈ 100 ਵੈਸੇ ਤਾਂ ਜੇ ਫਾਰਮੂਲੇ ਤੇ ਜਾਈਏ ਡਿਸਕਾਊਂਟ ਦੇ ਫਾਰਮੂਲੇ ਤੇ 100 ਮਾਈਨਸ ਡਿਸਕਾਊਂਟ ਪਰਸੈਂਟੇਜ 100 ਮਾਈਨਸ ਡਿਸਕਾਊਂਟ ਪਰਸੈਂਟੇਜ ਬਟਾ 100 ਇਹੀ ਹੁੰਦਾ ਵਾ ਨਾ ਤਾਂ ਅਸੀਂ ਇਹੀ ਲਗਾਤਾ
ठीक है, बटा 100 100 माइनस डिस्काउंट परसेंटेज यानी कि 100 माइनस 5 कितना रह गया 95 बटा 100। तो वो लगाता है कितना वा डिस्काउंट करके मुल कितना बनिया, जो डिस्काउंट हो गया तो मुल रह गया 15,200। तो मैं वो बराबर रख लिया क्योंकि ये टोटल मुल का डिस्काउंट हो के बराबर आया ना। हुण देखो 95 19 5 95 20 5 100, ठीक है, 5 के पहाड़े ते कट करोगे तो यही बनूगा। हुण देखो 20 की आ 20 की आ इधर डिवाइड हो रहा, उधर जाके की होगा गुणा होगा, ठीक है, आप गुणा करता 20 हो गया उधर जाके गुणा, तो ये 5 आ जेड़ा 19 इधर की हो रहा मल्टीप्लाई इधर आके हो गया डिवाइड। हुण तुसीं आप देख सकते हो अगला प्रोसैस की आ 19 एकम 19 19 8 19 8 किन्ने हुंदे आ 152 नाल की आ 800 दो जीरोआं सीगियां मैं जीरो लगातियां। हुण 8 दूनी 16 गुणा ही हो रहे हैं ना, 800 गुणा 20 करूंगी मैं, 800 गुणा 20 करूंगी 8 दूनी 16 नाल 3 जीरोआं बन जाना 16,000। तो 16,000 देख लो केड़ी ऑप्शन च राइट आंसर है जी ऑप्शन बी ऑप्शन राइट बन रही है। ऑप्शन बी च 16,000 रुपया, ठीक है, ऑप्शन बी इज द राइट आंसर। अगला प्रश्न, एक आदमी ने एक कुर्सी 180 रुपए विच खरीदी ਅਤੇ 240 रुपए ਵਿੱਚ ਵੇਚ ਦਿੱਤੀ ਤਾਂ ਲਾਭ ਪ੍ਰਤੀਸ਼ਤ ਵਿੱਚ ਪਤਾ ਕਰੋ। ਹੁਣ ਉਹਨੇ ਕੁਰਸੀ 180 ਚ ਖਰੀਦੀ ਆ, ਵੇਚੀ ਕਿੰਨੇ ਚ 240 ਚ, ਤਾਂ ਕਿੰਨੇ ਦਾ ਲਾਭ ਹੋਇਆ? ਪਹਿਲਾਂ ਲਾਭ ਦੇਖੋ ਕਿੰਨੇ ਦਾ ਹੋਇਆ, 60 रुपए ਦਾ ਹੀ ਹੋਇਆ ਨਾ, 60 रुपए ਦਾ ਲਾਭ ਹੋ ਗਿਆ ਉਹਨੂੰ ਕਿਉਂਕਿ ਉਹਨੇ 180 ਚ ਖਰੀਦ ਲਈ 240 ਚ ਵੇਚਤੀ। ਲਾਭ ਪ੍ਰਤੀਸ਼ਤ ਪਤਾ ਕਰਨਾ ਤਾਂ ਪ੍ਰਤੀਸ਼ਤ ਦਾ ਫਾਰਮੂਲਾ ਹੁੰਦਾ ਲਾਭ ਬਟਾ ਖਰੀਦ ਮੁੱਲ ਗੁਣਾ 100, ठीक है। अगे तो कटिंग ही रह गई, एक जीरो नाल जीरो कट करती मैं, तो उस तो बाद देखो तुसी की बन रहा वा एक शीका मैं नाल जीरो लगाती तो इत्थे बन गया 3, ठीक है, कितना बन गया 3 क्योंकि छेती ये होंगे 18, उपर कितना बन गया हुण 100 क्योंकि 10 गुणा 10 कितना होणगे 100 बटा 3। इनू आंसर होएगा मिक्स फ्रैक्शनस, जो मैं इनू डिवाइड करूँगी ये कितना बन जाना 33 सही 1 बटा 3 क्योंकि 33 दी आ 99 प्लस 1 100 बटा 3 ही बनना ना, तो 33 सही 1 बटा 3 आंसर है, ऑप्शन सी राइट आंसर है, ठीक है। अगला प्रश्न, दो संख्यावां दा जोड़ 11,009 है, जेकर इन्हां विचों एक संख्या 99 99 होवे तां दूसरी संख्या पता करो। एक तो यह कंसैप्ट आ कि इस संख्या दे विच ऑप्शन ए जोड़ लो, बी जोड़ लो, सी जोड़ लो, डी जोड़ लो, जेड़ी ऑप्शन जोड़ के 11,099 बन गया उही इहदा राइट आंसर होगा। ट्रेडिशनल मैथड की आ कि दो संख्यावां दा जोड़, कोई दो संख्यावां, ठीक है, इत्थे मैं लिख लिया जोड़, उन्हां दा जदों मैं जोड़ करूँगी तो वो किन्ना वा 11,009 आ, ठीक है। उन्हां दे विचों एक संख्या तो हैगी आ 99 99 वो मैं लिख ली, ठीक है, 99 तो दूसरी पता करनी है उन्होंने मैं लिख लिया एक्स क्योंकि उस दा जोड़ ही ना 11,009 आना, तो ये इधर प्लस दी उधर जाके की होगी माइनस दी। 11,009 दे विचों फिर मैं 99 माइनस करूँगी तो कितना बचूगा, ठीक है, कितना बचूगा 10 चो 1 गया 9, फिर 9 चो 9 गई 0, फिर बच गया 1, तो 10,110 बन गया यानी कि 1010 ऑप्शन ए इत्थे राइट आ। अगला प्रश्न है जी, अगले दे विच तां कुछ भी नहीं जोड़ ही करना। सब तो पहला देखो 2 ते 5 किन्ने हुंदे 7, पहला असीं इकाई अंकां दा जोड़ कर लैंदे आ, मतलब कि इकाई अंक 9 4 5 ते 2 इन्हां दा जोड़ करदे आ। 9 4 13 13 ते 5 18 18 ते 2 20 ये हो गया 0, ठीक है, हासिल बच गए 2। तो हुण असीं दहाई अंक लैंदे आ यानी कि 2 8 10 17 17 ते 1 18 18 ते 2 20, फिर ये 20 बन गया, फिर 2 हासिल रह गए, ठीक है, फिर 2 हासिल रह गए तो ये 2 असी की करते हैं जोड़ दिंने आ। पहला असी देख लें कि असी सही किया 2 10 17 18 2 हासिल से 20, तो ठीक है जी सही आ। हुण असी जो साडा तीसरा अंक वो ले लें 2 ते 9 11 2 ते 9 11 11 ते 3 11 ते 3 किन्ने होणगे 14 14 ते 6 14 ते 6 किन्ने होणगे 14 ते 6 20 20 ते 2 22 क्योंकि 2 हासिल भी सीगे फिर 2 हासिल रह गए तो वो कर जोड़ने असी 5 4 च क्योंकि ये विच चौथा अंक आ रहा ना 4 दे विच मैं 2 जोड़ूंगी तो कितना बन जाऊगा 6 6 दे विच मैं 5 जोड़ूंगी तो ये बन जाना वा 11, ठीक है। इत्थे कितना बन गया 11,200,
11200 ਬਣ ਰਿਹਾ ਤਾਂ ਮਤਲਬ 11200 ਦੀ ਇੱਥੇ ਆਪਸ਼ਨ ਹੈਗੀ ਆ ਨਹੀਂ ਤਾਂ ਆਪਸ਼ਨ ਅਸੀਂ ਕੀ ਲਗਾਵਾਂਗੇ ਡੀ ਠੀਕ ਹੈ ਡੀ ਆਪਸ਼ਨ ਹੀ ਬਣੂਗੀ ਨਾ ਰਾਈਟ ਆਨਸਰ ਕਿਉਂਕਿ 11200 ਦੀ ਤਾਂ ਇੱਥੇ ਆਪਸ਼ਨ ਹੀ ਨਹੀਂਗੀ ਤਾਂ ਇਸ ਕਰਕੇ ਮੈਂ ਕੀ ਆਪਸ਼ਨ ਲਗਾਈ ਆ ਡੀ ਆਪਸ਼ਨ ਲਗਾਈ ਆ ਇਹਦੀ ਕਿ ਇਹਨਾਂ ਵਿੱਚੋਂ ਕੋਈ ਨਹੀਂ। ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਹਾਂਜੀ 8 ਗੁਣਾ 8 ਠੀਕ ਹੈ ਤਾਂ ਇਹ ਕਿੰਨਾ ਹੋ ਗਿਆ 8 8 64 64 8 512 ਠੀਕ ਹੈ। ਹੁਣ ਅੱਗੇ 3 ਗੁਣਾ 3 ਤਾਂ ਇਹ ਕਿੰਨਾ ਬਣ ਗਿਆ 3 ਤੀਏ 9 9 ਤੀਆ 27 ਕੀ ਹੋ ਰਹੇ ਆ ਮਾਈਨਸ ਤਾਂ ਮਾਈਨਸ ਕਰ ਦਿੰਨੇ ਆ ਜਦੋਂ ਮੈਂ ਮਾਈਨਸ ਕੀਤਾ 12 ਚੋਂ 7 ਗਏ 5 ਠੀਕ ਹੈ 10 ਚੋਂ 2 ਗਏ ਫਿਰ 10 ਹੀ ਰਹਿ ਜਾਣੇ ਆ 10 ਚੋਂ 2 ਗਏ 8 ਤੇ 4 ਇਹ ਆਨਸਰ ਆ ਗਿਆ 485 ਤਾਂ ਆਪਸ਼ਨ ਇੱਥੇ ਸੀ ਰਾਈਟ ਆ। ਅਗਲਾ ਪ੍ਰਸ਼ਨ 3/10 ਵੈਰੀ ਇੰਪੋਰਟੈਂਟ 3/10 7/5 ਤੇ 16/6 ਤੇ 5/7 ਇਹਨਾਂ ਵਿੱਚੋਂ ਕਿਹੜੀ ਭਿੰਨ ਵੱਡੀ ਹੈ ਇਹ ਹਰੇਕ ਐਗਜ਼ਾਮ ਦੇ ਵਿੱਚ ਪੁੱਛਿਆ ਜਾਂਦਾ ਵਾ ਠੀਕ ਹੈ 7/5 ਪਹਿਲਾਂ ਅਸੀਂ ਦੋ ਭਿੰਨਾਂ ਲੈ ਲੈਣੀਆਂ ਦੋ ਭਿੰਨਾਂ ਲੈ ਕੇ ਇਹਨਾਂ ਦੀ ਕਰਨੀ ਆ ਕ੍ਰਾਸ ਮਲਟੀਪਲਾਈ ਇਹ ਬਣ ਗਿਆ 70 ਠੀਕ ਹੈ ਤੇ 7 5 35 ਇਹਨਾਂ ਦੇ ਵਿੱਚੋਂ ਵੱਡਾ ਕਿਹੜਾ ਵਾ 70 ਤਾਂ ਤੁਸੀਂ ਕੀ ਲਓਗੇ 7 ਕੀ ਇਹਨਾਂ ਦੇ ਵਿੱਚੋਂ ਵੱਡੀ 7/5 ਭਿੰਨਾਂ ਇਹਨਾਂ ਦੋਨਾਂ ਚੋਂ ਤਾਂ 7/5 ਹੋ ਗਈ ਨਾਲ ਤੀਸਰਾ ਨੰਬਰ ਲੈ ਲਓ 16/3 ਵਾਲਾ ਠੀਕ ਹੈ। ਹੁਣ ਦੇਖੋ 5 7 ਆ 21 ਜਦੋਂ ਕ੍ਰਾਸ ਮਲਟੀਪਲਾਈ ਕੀਤਾ 16 5 80 ਮਤਲਬ 16/3 ਵੱਡੀ ਆ ਇਹਦੇ ਚ ਹੋ ਗਈ 16/3 ਹੁਣ ਇਹਦਾ ਕੰਪੈਰੀਜ਼ਨ ਅਸੀਂ ਕਰਦੇ ਹਾਂ ਚੌਥੀ ਨਾਲ ਇਹ ਹੈ ਸ਼ਾਰਟ ਟ੍ਰਿਕ ਠੀਕ ਹੈ। ਤੇ ਹੁਣ ਦੇਖੋ 16 7 ਕਿੰਨੇ ਹੁੰਦੇ ਆ 16 7 ਕਿੰਨੇ ਹੁੰਦੇ ਆ 112 ਤੇ 7 3 5 ਕਿੰਨੇ ਹੁੰਦੇ ਆ 15 ਹੁਣ ਕਿਹੜਾ ਵੱਡਾ ਵਾ 112 ਕਿਹਦੇ ਤੋਂ ਬਣਿਆ 16/3 ਤੋਂ ਤਾਂ ਮਤਲਬ ਇਹਦੇ ਵਿੱਚ 16/3 ਭਿੰਨ ਵੱਡੀ ਆ ਆਪਸ਼ਨ ਸੀ ਇਸ ਦਾ ਰਾਈਟ ਆਨਸਰ ਹੈ। ਹਾਂਜੀ ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ ਤੇ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸ ਦੇਣਾ। ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣਾ ਜਿੰਨਾ ਹੋ ਸਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਨਾ। ਧੰਨਵਾਦ ਜੀ ਥੈਂਕਸ ਫॉर ਵਾਚਿੰਗ।